साथ साथ ਸਟੂਡੈਂਟ ਜਿੱਦਾਂ ਨਾ ਆਪਾਂ ਪਹਿਲਾਂ 4 ਚੈਪਟਰ ਕਰ ਚੁੱਕੇ ਹਾਂ, ਠੀਕ ਹੈ ਨਾ। ਜਿਹਦੇ ਵਿੱਚ ਮੈਨੇਜਮੈਂਟ ਦੇ ਆਪਾਂ ਪਹਿਲਾਂ ਇੱਕ ਫੈਕਟਰ ਕਰ ਲਿਆ, ਜਿਹੜੇ ਮਤਲਬ ਇਹਦਾ ਪਲੈਨਿੰਗ ਸੀਗਾ, ਠੀਕ ਨਾ। ਉਸ ਤੋਂ ਬਾਅਦ ਅਗਲਾ ਅਸੀਂ ਸ਼ੁਰੂ ਕਰਨਾ ਹੈਗਾ ਔਰਗਨਾਈਜੇਸ਼ਨ, ਠੀਕ ਹੈ ਜੀ। ਔਰਗਨਾਈਜ਼ਿੰਗ ਦਾ ਮਤਲਬ ਕੀ ਹੈ ਬੇਟਾ, ਕਿ ਜਿੱਦਾਂ ਪਹਿਲਾਂ ਅਸੀਂ ਕੀਤਾ ਨਾ, ਕਿ ਜਿੱਦਾਂ ਮਤਲਬ ਆਪਾਂ ਮੈਨੇਜਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਪਲੈਨਿੰਗ ਕਰ ਲੈਂਦੀ ਆ। ਪਲੈਨਿੰਗ ਦੇ ਵਿੱਚ ਅਸੀਂ ਕੀ ਦੇਖਦੇ ਸੀਗੇ ਕਿ ਕਿਹੜਾ ਕੰਮ ਅਸੀਂ ਕਦੋਂ ਕਰਨਾ ਆ, ਠੀਕ ਨਾ, ਕਿਹਨੇ ਕਰਨਾ ਆ, ਕਿਸ ਤਰ੍ਹਾਂ, ਸਾਰਾ ਕੁਝ ਆਪਾਂ ਪਹਿਲਾਂ ਤਾਂ ਇੱਕ ਪਲਾਨ ਤਿਆਰ ਕਰ ਲੈਂਦੇ, ਉਹਦੇ ਮੁਤਾਬਕ ਆਪਾਂ ਸਾਰੇ ਕੰਮ ਕਰਦੇ ਹਾਂ, ਠੀਕ ਨਾ। ਅਤੇ ਇਸੇ ਤਰ੍ਹਾਂ ਜਦੋਂ ਆਪਾਂ ਕੋਈ ਪਲੈਨਿੰਗ ਤਿਆਰ ਕਰ ਲੈਂਦੇ ਹਾਂ, ਪਲੈਨਿੰਗ ਤਿਆਰ ਕਰਨ ਤੋਂ ਬਾਅਦ ਅਸੀਂ ਇਹ ਡਿਸਾਈਡ ਕਰਦੇ ਹਾਂ ਕਿ ਜੇ ਮਤਲਬ ਫੋਰ ਐਗਜ਼ਾਮਪਲ ਆਪਾਂ ਪ੍ਰੋਡਕਸ਼ਨ ਕਰਨੀ ਆ, ਜਦੋਂ ਅਸੀਂ ਪਲੈਨਿੰਗ ਤਿਆਰ ਕਰ ਲਈ ਕਿ ਇਸ ਸਾਲ ਆਪਾਂ ਕਿੰਨੀਆਂ ਜੀ 1000 ਚੀਜ਼ਾਂ ਬਣਾਉਣੀਆਂ, ਠੀਕ ਨਾ। ਫਿਰ ਉਹ 1000 ਚੀਜ਼ਾਂ ਆਪਾਂ ਬਣਾਉਣੀਆਂ ਕਿੱਦਾਂ ਆ, 1000 ਚੀਜ਼ਾਂ ਬਣਾਉਣੀਆਂ ਕਿੱਦਾਂ ਆ, ਉਹਦੇ ਲਈ ਸਾਨੂੰ ਕਿੰਨੇ ਮਤਲਬ ਕੀ ਰੱਖਣੇ ਪੈਣੇ ਆ ਜੀ, ਇੰਪਲਾਈ ਰੱਖਣੇ ਪੈਣੇ ਆ, ਕਿਹੜੀ ਕਿਹੜੀ ਪੋਸਟ ਕ੍ਰੀਏਟ ਕਰਨੀ ਪੈਣੀ ਆ, ਠੀਕ ਨਾ। ਅਤੇ ਉਸ ਪੋਸਟ 'ਤੇ ਮਤਲਬ ਕਿ ਜੀ ਕਿਹੜਾ ਕਿਹੜਾ ਬੰਦਾ ਅਸੀਂ ਕਹਿ ਜੀ ਅਪਾਇੰਟਮੈਂਟ ਉਹਦੀ ਕਰਨੀ ਹੈ। ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਔਰਗਨਾਈਜੇਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਬਿਜ਼ਨਸ ਦੇ ਵਿੱਚ ਇੱਕ ਸਟਰਕਚਰ ਕ੍ਰੀਏਟ ਕਰਦੇ ਹਾਂ, ਜਿਹਦੇ ਵਿੱਚ ਅਲੱਗ-ਅਲੱਗ ਪੋਸਟਾਂ ਕ੍ਰੀਏਟ ਕਰਦੇ ਹਾਂ ਕਿ ਜੀ ਅਲੱਗ-ਅਲੱਗ ਕੰਮ ਕਰਨੇ ਦੇ ਲਈ। ਅਤੇ ਇਹਦੇ ਵਿੱਚ ਇਹ ਦੱਸਦੇ ਆ ਕਿ ਕਿਸ ਬੰਦੇ ਨੇ ਕਿਹਦੇ ਅੰਡਰ ਕੰਮ ਕਰਨਾ ਹੈ, ਠੀਕ ਨਾ, ਕਿਸ ਬੰਦੇ ਨੇ ਕਿਹਦੇ ਅੰਡਰ ਕੰਮ ਕਰਨਾ ਆ, ਕਿ ਉਹਦੀ ਅਤੇ ਕਿਸ ਨੇ ਕਿਸ ਨੂੰ ਔਡਰ ਦੇਣਾ ਹੈ, ਠੀਕ ਨਾ। ਕਿ ਜਿੱਦਾਂ ਮਤਲਬ ਹਰੇਕ ਬਿਜ਼ਨਸ ਦੇ ਵਿੱਚ ਦੇਖਿਆ ਹੋਣਾ, ਇੱਕ ਮੈਨੇਜਰ ਹੁੰਦਾ ਹੈ, ਸੀਨੀਅਰ ਮੈਨੇਜਰ ਹੁੰਦਾ, ਜੂਨੀਅਰ ਮੈਨੇਜਰ ਹੁੰਦਾ, ਥੱਲੇ ਕੀ ਹੁੰਦੇ ਹੈਗੇ ਸਾਡੇ ਕੋਲ ਜੀ, ਫੋਰਮੈਨ ਹੁੰਦੇ ਆ, ਠੀਕ ਹੈ, ਸੁਪਰਵਾਈਜ਼ਰ, ਸੁਪਰਮੈਨ ਥੱਲੇ ਫੋਰਮੈਨ। ਇਹਦਾ ਇੱਕ ਸਟਰਕਚਰ ਕ੍ਰੀਏਟ ਕਰਨਾ, ਠੀਕ ਨਾ। ਅਤੇ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਔਰਗਨਾਈਜੇਸ਼ਨ ਕਹਿ ਦਿੰਦੇ ਹਾਂ, ਠੀਕ ਨਾ। ਕਿ ਮਤਲਬ ਕਹਿ ਜੀ ਕਿ ਜਿਹੜਾ ਔਰਗਨਾਈਜੇਸ਼ਨ ਆ, ਪਲੈਨਿੰਗ ਤੋਂ ਬਾਅਦ ਬਹੁਤ ਸਾਡਾ ਇੰਪੋਰਟੈਂਟ ਫੰਕਸ਼ਨ ਹੁੰਦਾ, ਜਿਹਦੇ ਵਿੱਚ ਜਿੰਨੇ ਵੀ ਸਾਡੇ ਔਰਗਨਾਈਜੇਸ਼ਨ ਦੇ ਰਿਸੋਰਸਿਸ ਹੁੰਦੇ ਆ, ਠੀਕ ਨਾ, ਸਾਡੀ ਮਤਲਬ ਜ਼ਰੂਰਤ ਦੇ ਮੁਤਾਬਕ ਉਹਨਾਂ ਨੂੰ ਕੀ ਕਰਨਾ ਹੁੰਦਾ ਜੀ, ਆਪਾਂ ਔਰਗਨਾਈਜ਼ ਕਰਨਾ ਹੁੰਦਾ। ਔਰਗਨਾਈਜ਼ ਮਤਲਬ ਕਿ ਜੀ ਉਹਨਾਂ ਰਿਸੋਰਸਿਸ ਨੂੰ ਅਰੇਂਜ ਕਰਨਾ ਆ, ਜਿਹਦੇ ਨਾਲ ਸਾਡੇ ਜਿਹੜੇ ਔਰਗਨਾਈਜੇਸ਼ਨ ਦੇ ਓਬਜੈਕਟਿਵਸ ਆ, ਠੀਕ ਨਾ, ਉਹਨਾਂ ਨੂੰ ਕੀ ਕਰਨਾ ਜੀ, ਪੂਰਾ ਕੀਤਾ ਜਾ ਸਕੇ, ਠੀਕ ਨਾ। ਜੇ ਸਾਡੇ ਕੋਲ ਮਤਲਬ 50 ਇੰਪਲਾਈ ਆ, 50 ਮਤਲਬ ਵਰਕਰ ਹੈਗੇ ਆ ਜਾਂ ਇੰਪਲਾਈ ਆ, ਉਹਨਾਂ ਨੂੰ ਆਪਾਂ ਕਿੱਦਾਂ ਅਰੇਂਜ ਕਰਨਾ, ਉਹਨਾਂ ਨੂੰ ਕਿਹੜੀ ਕਿਹੜੀ ਪੋਸਟ 'ਤੇ ਰੱਖਣਾ ਆ, ਠੀਕ ਨਾ। ਸਭ ਤੋਂ ਪਹਿਲਾਂ ਤੁਸੀਂ ਇਹੀ ਦੇਖ ਲੈਣਾ ਕਿ ਜੋ ਵੀ ਸਾਡੇ ਓਬਜੈਕਟਿਵ ਹੈਗੇ ਆ, ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਕਿਹੜੀ ਕਿਹੜੀਆਂ ਵੈਕੈਂਸੀਆਂ ਚਾਹੀਦੀਆਂ ਆ, ਠੀਕ ਨਾ। ਉਹ ਵੈਕੈਂਸੀਆਂ ਕ੍ਰੀਏਟ ਕਰਨੀਆਂ, ਉਹਨਾਂ ਵੈਕੈਂਸੀਆਂ ਦੇ ਫਿਰ ਆਪਾਂ ਕਿਹੜਾ ਕਿਹੜਾ ਬੰਦਾ ਅਪਾਇੰਟਮੈਂਟ ਕਰਨਾ, ਜਿਹੜਾ ਬੰਦਾ ਅਪਾਇੰਟਮੈਂਟ ਕਰਨਾ ਆ ਉਹਨੂੰ ਕਿਹੜੀ ਕਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਠੀਕ ਨਾ। ਇਹ ਸਾਰਾ ਕਾਹਦੇ ਵਿੱਚ ਆ ਜਾਂਦਾ ਜੀ, ਔਰਗਨਾਈਜੇਸ਼ਨ ਦੇ ਵਿੱਚ ਆ ਜਾਂਦਾ, ਠੀਕ ਹੈ ਨਾ। ਕਿ ਮਤਲਬ ਜਿੱਦਾਂ ਲਿਖਿਆ ਹੈ ਨਾ, ਕਿ ਮਤਲਬ ਕਿਆ ਜੀ ਕਿ ਜਿਹੜਾ ਔਰਗਨਾਈਜ਼ ਦੈਟ ਦੀ ਫੰਕਸ਼ਨ ਆਫ ਦੀ ਮੈਨੇਜਮੈਂਟ ਵਿੱਚ ਹੈਲਪ ਇਨ ਡਿਸਾਈਡਿੰਗ ਦੀ ਫਰੇਮਵਰਕ ਆਫ ਦੀ ਔਰਗਨਾਈਜ਼ਿੰਗ, ਠੀਕ ਨਾ। ਕਿ ਮਤਲਬ ਕਿਆ ਜੀ, ਇਹਦੇ ਵਿੱਚ ਕਿਹਾ ਜੀ ਕਿ ਜਿਹੜਾ ਇੱਕ ਤਰ੍ਹਾਂ ਦਾ ਫਰੇਮਵਰਕ ਕ੍ਰੀਏਟ ਕਰਦਾ ਆ, ਜਿਹਦੇ ਵਿੱਚ ਕਿਹਦੇ ਵਿੱਚ ਕਿਹਾ ਜੀ ਇੱਕ ਤਰ੍ਹਾਂ ਦਾ ਰਿਲੇਸ਼ਨ ਕ੍ਰੀਏਟ ਕਰਦਾ ਕਿਹਨਾਂ ਵਿੱਚ, ਵਰਕਰ ਵਿੱਚ, ਠੀਕ ਨਾ। ਕਿ ਉਹਨੀ ਆਪਸ ਵਿੱਚ ਰਲ ਕੇ ਕਿਸ ਤਰ੍ਹਾਂ ਕੰਮ ਕਰਨਾ ਹੈ। ਉਸ ਤੋਂ ਬਾਅਦ ਅੱਗੇ ਬੇਟਾ ਹੈਗਾ ਔਰਗਨਾਈਜ਼ ਦੀ ਪ੍ਰੋਸੈਸ, ਜਿਹਦੇ ਪਹਿਲੇ ਨੰਬਰ 'ਤੇ ਆਈਡੈਂਟੀਫਿਕੇਸ਼ਨ ਹੈ ਡਿਵੀਜ਼ਨ ਆਫ ਵਰਕ, ਠੀਕ ਨਾ। ਕਿ ਜਾਣੀ ਕਿ ਔਰਗਨਾਈਜੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਡਿਸਾਈਡ ਕਰਦੇ ਹਾਂ, ਇਹ ਆਈਡੈਂਟੀਫਿਕੇਸ਼ਨ ਕਰਦੇ ਹਾਂ ਕਿ ਅਸੀਂ ਕਿਹੜਾ ਕਿਹੜਾ ਕੰਮ ਕਰਨਾ ਆ। ਕਿਉਂਕਿ ਬੇਟਾ ਜੇ ਸਾਨੂੰ ਪਤਾ ਹੋਊਗਾ ਕਿ ਆਪਾਂ ਮੰਨ ਲਓ ਕੰਮ ਕਰਨਾ ਆ, ਤਦੇ ਆਪਾਂ ਉਹਦੇ ਲਈ ਬੰਦੇ ਦੀ ਪੋਸਟ ਕ੍ਰੀਏਟ ਕਰਾਂਗੇ, ਠੀਕ ਨਾ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕੰਮ ਕਿਹੜਾ ਕਰਨਾ ਆ। ਉਹ ਕੰਮ ਜਦੋਂ ਸਾਨੂੰ ਪਤਾ ਲੱਗ ਜਾਣਾ ਕਿ ਮੰਨ ਲਓ ਫੋਰ ਐਗਜ਼ਾਮਪਲ ਪ੍ਰੋਡਕਸ਼ਨ ਦਾ ਕੰਮ ਕਰਨਾ, ਫਿਰ ਉਹਨੂੰ ਕੀ ਕਰਨਾ ਹੈਗਾ ਜੀ, ਉਹਦਾ ਡਿਵੀਜ਼ਨ ਕਰਨਾ, ਠੀਕ ਨਾ। ਕਿ ਜੇ ਮਤਲਬ ਅਸੀਂ ਇਹੀ ਕੰਮ ਕਰ ਲੈਂਦੇ ਕਿ ਐਸਾ 1000 ਚੀਜ਼ਾਂ ਬਣਾਉਣੀਆਂ ਆ, ਹੁਣ 1000 ਚੀਜ਼ ਇੱਕ ਬੰਦਾ ਥੋੜ੍ਹੀ ਬਣਾ ਸਕਦਾ, ਉਹਨਾਂ ਨੂੰ ਅਲੱਗ-ਅਲੱਗ ਬੰਦਿਆਂ ਵਿੱਚ ਡਿਵਾਈਡ ਕਰ ਦੇਣਾ, ਠੀਕ ਹੈ ਨਾ। ਕਿ ਜਿੱਦਾਂ ਮਤਲਬ ਬਿਜ਼ਨਸ ਦੇ ਵਿੱਚ ਫਾਈਨਾਂਸ ਵਾਲਾ ਕੰਮ ਅਲੱਗ ਡਿਪਾਰਟਮੈਂਟ ਨੂੰ ਦੇ ਦੇਣਾ, ਠੀਕ ਹੈ ਨਾ, ਪ੍ਰੋਡਕਸ਼ਨ ਵਾਲਾ ਅਲੱਗ ਡਿਪਾਰਟਮੈਂਟ ਨੂੰ ਦੇ ਦੇਣਾ, ਠੀਕ ਨਾ। ਮਤਲਬ ਕੰਮ ਦੀ ਕੀ ਕਰ ਦੇਣੀ ਆਪਾਂ, ਡਿਵੀਜ਼ਨ ਕਰ ਦੇਣੀ। ਉਹ ਤੋਂ ਬੇਟਾ ਅੱਗੇ ਹੈਗਾ ਜੀ ਡਿਪਾਰਟਮੈਂਟਲਾਈਜੇਸ਼ਨ। ਇਹਦੇ ਵਿੱਚ ਹੁੰਦਾ ਹੈ ਕਿ ਜਿਹੜੇ ਹੈ ਨਾ ਮਤਲਬ ਇੱਕੋ ਤਰ੍ਹਾਂ ਦੇ ਕੰਮ ਆ, ਉਹਨਾਂ ਦਾ ਅਲੱਗ ਡਿਪਾਰਟਮੈਂਟ ਬਣਾ ਦੇਣਾ। ਜਿਹੜੇ ਇੱਕ ਤਰ੍ਹਾਂ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਕੰਮ ਨੂੰ ਸਿਮਿਲਰ ਕੰਮ ਵਾਲੇ ਨਾ ਉਹ ਅਲੱਗ-ਅਲੱਗ ਡਿਪਾਰਟਮੈਂਟ ਬਣ, ਜਦੋਂ ਅਸੀਂ ਫਾਈਨਾਂਸ ਵਾਲਾ ਫਾਈਨਾਂਸ ਡਿਪਾਰਟਮੈਂਟ ਬਣਾ ਦੇਣਾ, ਜਿਹਦੇ ਵਿੱਚ ਸਾਰੇ ਫਾਈਨਾਂਸ ਦੇ ਕੰਮ ਹੋਣਗੇ। ਪ੍ਰੋਡਕਸ਼ਨ ਵਾਲੇ 'ਚ ਪ੍ਰੋਡਕਸ਼ਨ ਵਾਲਾ ਕੰਮ, ਸੇਲ ਡਿਪਾਰਟਮੈਂਟ ਦੇ ਵਿੱਚ ਸਿਰਫ ਜਿਹੜੇ ਸੇਲ ਦੇ ਨਾਲ ਰਿਲੇਟਡ ਕੰਮ ਆ, ਐਡਵਰਟਾਈਜ਼ਮੈਂਟ ਦੇਣੀ ਆ, ਠੀਕ ਆ, ਕਸਟਮਰ ਦਾ ਗੁਡਸ ਪਹੁੰਚਾਉਣੀ ਆ, ਉਹਨਾਂ ਦੀ ਮਤਲਬ ਕਿ ਜੀ ਮਸ਼ਹੂਰੀ ਕਿੱਦਾਂ ਕਰਨੀ ਆ, ਠੀਕ ਨਾ। ਇਹ ਸਾਰਾ ਫਾਈਨਾਂਸ ਦੇ ਵਿੱਚ ਜਿਹੜਾ ਫਾਈਨਾਂਸ ਨਾਲ ਰਿਲੇਟਡ ਹੋਊਗਾ, ਮਤਲਬ ਕਿ ਜੀ ਕਿ ਅਸੀਂ ਪੈਸਾ ਕਿੱਥੋਂ ਲੈ ਕੇ ਆਉਣਾ ਆ, ਉਹ ਪੈਸੇ ਨੂੰ ਵਰਤਣਾ ਕਿੱਦਾਂ ਆ, ਠੀਕ ਨਾ। ਉਸ ਤੋਂ ਬਾਅਦ ਬੇਟਾ ਅੱਗੇ ਹੈਗਾ ਸਾਡੇ ਕੋਲ ਅਸਾਈਨਮੈਂਟ ਆਫ ਡਿਊਟੀਜ਼, ਠੀਕ ਨਾ। ਉਸ ਤੋਂ ਬਾਅਦ ਕਿਹਾ ਜੀ ਜਦੋਂ ਆਪਾਂ ਸਾਰਾ ਕੁਝ ਕੰਮ ਵੀ ਆਈਡੈਂਟੀਫਾਈ ਕਰ ਲੈਣਾ, ਫਿਰ ਅਸੀਂ ਕੀ ਕਰਨਾ ਹੈਗਾ ਜੀ, ਜਿਹੜੇ ਇੰਪਲਾਈ ਹੋਣੇ ਆ, ਜਿਹੜੀਆਂ ਪੋਸਟਾਂ ਕ੍ਰੀਏਟ ਕਰਨੀਆਂ ਆ, ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਡਿਊਟੀ ਅਸਾਈਨ ਕਰਨੀ ਆ, ਠੀਕ ਨਾ। ਕਿ ਕਿਸ ਇੰਪਲਾਈ ਨੇ ਕਿਹੜਾ ਕੰਮ ਕਰਨਾ ਆ, ਕਿਹਦੇ ਅੰਡਰ ਕਰਨਾ ਆ, ਠੀਕ ਨਾ। ਕਿ ਮਤਲਬ ਕਿਹਾ ਜੀ ਕਿ ਜਿਹੜਾ ਫੋਰਮੈਨ ਹੋਊਗਾ ਸੁਪਰਵਾਈਜ਼ਰ ਦੇ ਅੰਡਰ ਹੋਊਗਾ, ਜਿਹੜਾ ਸੁਪਰਵਾਈਜ਼ਰ ਹੋਊਗਾ ਉਹ ਜਿਹੜਾ ਡਿਪਾਰਟ ਦਾ ਉਸ ਡਿਪਾਰਟਮੈਂਟ ਦਾ ਮੈਨੇਜਰ ਹੋਊਗਾ ਉਹਦੇ ਅੰਡਰ ਹੋਊਗਾ। ਕਿ ਮਤਲਬ ਕਿ ਜੀ ਉਹਨਾਂ ਨੇ ਡਿਊਟੀਆਂ ਦੇ ਦੇਣੀਆਂ ਹਰੇਕ ਨੂੰ,
ठीक ना। कि अपनी ड्यूटी के मुताबिक की करूँगे, जो उन्होंने काम दिता गया वो काम क्या जी वो करना, ठीक ना। अगे बेटा है स्पेलिंग की कहना रिपोर्टिंग रिलेशनशिप का मतलब होंगे बेटा कि जिस बंदे को काम दिता गया है ना वो अपने काम की रिपोर्ट वो बारे उन्हें किनू मतलब कि रिस्पोंसीबल होना, ठीक ना। मतलब आप सिंपल कह सकते हैं कि हायर लैवल का बंदा किहड़ा होना है, ठीक है, सुपीरियर किहड़ा होंदा आ, ते प्लस क्या जी सबॉर्डीनेट किहड़ा होना, यानी कि किस बंदे ने किहदे अंडर काम करना। जिद्दां कह जी वर्कर किहदे अंडर होने आ, फोरमैन दे, फोरमैन अंडर किहदे होना आ, सुपरवाइजर दे, सुपरवाइजर किहदे होना आ, मैनेजर दे, ठीक ना। कि जिहड़ा मतलब क्या जी किहड़ा वर्कर ने रिपोर्ट किहने देनी होंदी है, फोरमैन नूं, फोरमैन ने अपनी रिपोर्ट किहने देनी, सुपरवाइजर ने, सुपरमैन ने किहने देनी है जी मैनेजर, ठीक ना। उस तो बेटा अगे है साढ़े कोल जी इंपोर्टेंस, ठीक है, ऑर्गेनाइजेशन की, ठीक है ना। पहले नंबर पर जिहदे मतलब क्या जी साढ़े जिहड़ा बहुत इंपोर्टेंट फंक्शन आ, ठीक ना, जिहदी सब तो पहली इंपोर्टेंस हैगी है जी बेनीफिट ऑफ स्पैशलाइजेशन, ठीक ना। स्पैशलाइजेशन का मतलब होंदा बेटा जिहड़ा काम आ किसी स्पैशल उस व्यक्ति तो उस इंपलाई तो करना जिहड़ा उहदे स्पैशलिस्ट होगा, ठीक ना। कि जिद्दां हुण आपां पूरे बिजन ऑर्गेनाइजेशन का काम सीगा उहनूं अलग अलग डिपार्टमेंट में वंड दिता, जिद्दां मैं तुहानूं कह दिता कि मतलब फिनांस वाला काम किहनूं दे दिता, आपां फिनांस डिपार्टमेंट नूं दे दिता, ठीक ना। हुण फिनांस डिपार्टमेंट दे विच असीं उही इंपलाई रखांगे ਜਿਹੜੇ कह जी फिनांस दे विच कह जी एक्सपर्ट वा, ठीक है ना। तो प्लस आप इदां का बंदा नहीं रखांगे जिहड़ा मतलब करी फिनांस का काम भी करी जाता, प्रोडक्शन वाला भी करी जाता, सेल डिपार्टमेंट का इदां नहीं होगा। ਜਿਹੜਾ डिपार्टमेंट हैगा आ किसी पर्टिकुलर फंक्शन ਦੇ ਨਾਲ ਰਿਲੇਟਡ ਉਹਨੂੰ ਸਿਰਫ ਅਸੀਂ ਉਹੀ ਕੰਮ ਦੇਣਾ ਜਿਹਦੇ ਵਿੱਚ ਉਹ ਕਹਿ ਜੀ ਸਪੈਸ਼ਲਿਸਟ ਆ, ਠੀਕ ਨਾ। ਫਿਨਾਂਸ ਵਾਲਾ ਕੰਮ ਕਿਹਨੂੰ ਦੇਵਾਂਗੇ, ਜਿਹੜਾ ਬੰਦਾ ਫਿਨਾਂਸ ਦੇ ਵਿੱਚ ਸਪੈਸ਼ਲਿਸਟ ਹੋਊਗਾ, ਠੀਕ ਨਾ। ਸੇਲ ਵਾਲਾ ਕੰਮ ਕਿਹਨੂੰ ਦੇਵਾਂਗੇ, ਜਿਹੜੀ ਮਾਰਕੀਟਿੰਗ ਮਤਲਬ ਸੇਲ ਮਾਰਕੀਟਿੰਗ ਦੇ ਵਿੱਚ ਸਪੈਸ਼ਲਿਸਟ ਹੋਊਗਾ। ਪ੍ਰੋਡਕਸ਼ਨ ਵਾਲਾ ਕਿਹਨੂੰ ਦੇਵਾਂਗੇ, ਜਿਹੜਾ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਕੀ ਹੋਊਗਾ ਜੀ ਸਪੈਸ਼ਲਿਸਟ ਹੋਊਗਾ। ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਮਤਲਬ ਕਿ ਜੀ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਕਿਹਾ ਜੀ ਸਪੈਸ਼ਲਾਈਜੇਸ਼ਨ ਕਰ ਸਕਦੇ ਹਾਂ कि मान लो काम नूं समाल पार्ट दे विच डिवाइड करके अलग अलग क्या जी पार्ट दे डिवाइड करके हरेक काम जिहड़ा बंदा उहदा स्पैशलिस्ट वा उहनूं क्या जी उहदे मतलब क्या जी उहदी क्वालीफिकेशन के मुताबिक, ठीक है, उहदे एक्सपीरियंस के मुताबिक उहनूं क्या जी दिता जा सकता है, ठीक ना। तो प्लस क्या जी इहनूं आपां कह दिंदे क्या जी स्पैशलाइजेशन ऑफ वर्क, ठीक ना। अगे बेटा है तुहाडे कोल जी क्लैरिटी वर्किंग रिलेशनशिप। अगली इंपोर्टेंस की आ कि इहदे विच क्या जी कि ਜਿਹੜਾ ਹੈ ਨਾ ਉਹਨਾਂ ਦਾ ਮਤਲਬ ਕਿਆ ਜੀ ਵਰਕਿੰਗ ਰਿਲੇਸ਼ਨਸ਼ਿਪ ਹੁੰਦਾ ਉਹਦੇ ਵਿੱਚ ਕਲੀਅਰਟੀ ਆ ਜਾਂਦੀ, ਠੀਕ ਨਾ। ਕਲੀਅਰਟੀ ਦਾ ਮਤਲਬ ਕਿਆ ਜੀ ਕਿ ਸਾਨੂੰ ਪਤਾ ਆ ਕਿ ਅਸੀਂ ਦੋ ਪੋਸਟਾਂ ਮਤਲਬ ਮੈਂ ਕਹਿੰਦਾ ਤਿੰਨ ਪੋਸਟਾਂ ਕ੍ਰੀਏਟ ਕਰ ਦਿੱਤੀਆਂ, ਇੱਕ ਸੁਪਰਵਾਈਜ਼ਰ ਦੀ, ਉਹ ਤੋਂ ਥੱਲੇ ਫੋਰਮੈਨ, ਉਹ ਤੋਂ ਥੱਲੇ ਵਰਕਰ, ਠੀਕ ਨਾ। ਹੁਣ ਜੇ ਆਪਾਂ ਮਤਲਬ ਨਹੀਂ ਕਿੱਦਾਂ ਕ੍ਰੀਏਟ ਕਰਦੇ, ਅਸੀਂ ਕਹਤਾ ਜੀ ਆਹ ਵਾਲਾ ਕੰਮ ਤਿੰਨ ਬੰਦੇ ਕਰ ਲਓ, ਉਹਨਾਂ ਨੇ ਕੁਝ ਨਹੀਂ ਪਤਾ ਵਰਕਰ ਕੌਣ ਆ, ਫੋਰਮੈਨ ਕੌਣ ਆ, ਸੁਪਰਵਾਈਜ਼ਰ ਕੌਣ ਆ, ਉਹ ਆਪਣੀ ਮਰਜ਼ੀ ਨਾਲ ਕੰਮ ਕਰੀ ਜਾਓਗੇ, ਕਿਸੇ ਦੀ ਇੱਕ ਦੂਜੀ ਪ੍ਰਤੀ ਰਿਸਪੋਂਸਿਬਿਲਿਟੀ ਨਹੀਂ ਹੋਊਗੀ। ਲੇਕਿਨ ਜਦੋਂ ਆਪਾਂ ਪੋਸਟਾਂ ਕ੍ਰੀਏਟ ਕਰ ਦਿੱਤੀਆਂ ਸਭ ਤੋਂ ਉੱਪਰ ਸੁਪਰਵਾਈਜ਼ਰ, ਸੁਪਰਵਾਈਜ਼ਰ ਥੱਲੇ ਕਿਹਾ ਜੀ ਸੁਪਰਵਾਈਜ਼ਰ ਤੋਂ ਥੱਲੇ ਹੋਣਾ ਹੈਗਾ ਫੋਰਮੈਨ, ਫੋਰਮੈਨ ਥੱਲੇ ਕਿਹਾ ਜੀ ਵਰਕਰ। ਮਤਲਬ ਕਿਹਾ ਜੀ ਉਹਨਾਂ ਵਿੱਚ ਰਿਲੇਸ਼ਨ ਕ੍ਰੀਏਟ ਹੋ ਗਿਆ। ਵਰਕਰ ਕਿਹਦੇ ਪ੍ਰਤੀ ਰਿਸਪੋਂਸੀਬਲ ਹੋਣਾ ਜੀ, ਉਹਨੇ ਆਪਣੀ ਜਿਹੜੀ ਮਤਲਬ ਪੂਰੀ ਕੰਮ ਦੀ ਰਿਪੋਰਟ ਕਿਹਨੂੰ ਦੇਣੀ ਹੈ ਜੀ ਫੋਰਮੈਨ ਨੂੰ, ਫੋਰਮੈਨ ਨੇ ਜਿਹੜੀ ਸਾਰੀ ਰਿਪੋਰਟ ਆਪਣੇ ਕਿਹਾ ਜੀ ਕੰਮ ਨਾਲ ਰਿਲੇਟਡ ਕਿਹਨੂੰ ਦੇਣੀ ਹੈ ਜੀ ਸੁਪਰਵਾਈਜ਼ਰ, ਠੀਕ ਨਾ। ਕਿ ਉਹਨਾਂ ਨੂੰ ਪਤਾ ਲੱਗ ਜਾਣਾ ਪੂਰੀ ਡਿਟੇਲ ਦੇ ਉਹਦੇ ਵਿੱਚ ਕਿਹਾ ਜੀ ਪਤਾ ਹੋਣਾ ਹਰੇਕ ਬੰਦੇ ਨੂੰ ਕਿਸ ਬੰਦੇ ਦੀ ਕੀ ਅਥੋਰਟੀ ਹੈ ਅਤੇ ਕੀ ਉਹਦੀ ਰਿਸਪੋਂਸੀਬਿਲਿਟੀ ਹੈ, ਠੀਕ ਹੈ ਨਾ। ਉਹਨਾਂ ਨੂੰ ਕਲੀਅਰ ਕਰ ਦੇਣਾ, ਠੀਕ ਨਾ, ਕਿ ਫੋਰਮੈਨ ਦੀ ਕੀ ਰਿਸਪੋਂਸੀਬਿਲਿਟੀ ਹੈ, ਕੀ ਉਹਦੀ ਅਥੋਰਟੀ ਆ, ਸੁਪਰਵਾਈਜ਼ਰ ਦੀ ਕੀ ਰਿਸਪੋਂਸੀਬਿਲਿਟੀ ਹੈ, ਕੀ ਉਹਦੀ ਅਥੋਰਟੀ ਆ, ਕਿ ਉਹਦੇ ਕੋਲ ਪਾਵਰਾਂ ਕੀ ਆ ਅਤੇ ਉਹਦੀ ਰਿਸਪੋਂਸੀਬਿਲਿਟੀ ਵੀ ਕੀ ਬਣਦੀ ਹੈ, ਠੀਕ ਨਾ। ਅੱਗੇ ਬੇਟਾ ਹੈਗਾ ਇਫੈਕਟਿਵ ਐਡਮਿਨਿਸਟ੍ਰੇਸ਼ਨ, ਉਹ ਤਾਂ ਬੇਟਾ ਨੈਚੁਰਲੀ ਆ, ਠੀਕ ਨਾ। ਕਿ ਜਦੋਂ ਆਰਗੇਨਾਈਜੇਸ਼ਨ ਦੇ ਵਿੱਚ ਹਰੇਕ ਬੰਦੇ ਦੇ ਮੰਨ ਲਓ ਕਲੀਅਰਟੀ ਆ ਜਿਹੜੀ ਉਹਨਾਂ ਦੀ ਵਰਕਿੰਗ ਰਿਲੇਸ਼ਨਸ਼ਿਪ ਆ, ਉਹਨਾਂ ਨੂੰ ਪਤਾ ਹੋਣਾ ਕਿਸ ਬੰਦੇ ਨੇ ਕਿਹੜਾ ਕੰਮ ਕਰਨਾ, ਕਿਹੜੀ ਕਿਸ ਬੰਦੇ ਦੀ ਅਥੋਰਟੀ ਆ, ਕਿਹੜੀ ਕਿਸ ਬੰਦੇ ਦੀ ਕਹਿ ਜੀ ਰਿਸਪੋਂਸੀਬਿਲਿਟੀ ਆ। ਇਸ ਕਰਕੇ ਐਡਮਿਨਿਸਟ੍ਰੇਸ਼ਨ ਕਹਿ ਜੀ ਵਧੀਆ ਚੱਲਦੀ, ਠੀਕ ਨਾ। ਉਹਨਾਂ ਨੂੰ ਆਪਸ ਵਿੱਚ ਕਹਿ ਜੀ ਕਨਫਿਊਜ਼ਨ ਨਹੀਂ ਹੁੰਦੀ, ਇਹ ਨਹੀਂ ਲੱਗਦਾ ਹੈਗਾ ਕਿ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਹੈਗਾ ਕਿਹੜਾ ਕੰਮ ਕਰਨਾ ਅਤੇ ਕਿਹੜਾ ਕੰਮ ਨਹੀਂ ਕਰਨਾ, ਠੀਕ ਨਾ। ਕਿ ਮਤਲਬ ਕਹਿ ਜੀ ਹਰੇਕ ਬੰਦੇ ਨੂੰ ਕੰਮ ਵੰਡ ਕੇ ਦੇ ਦਿੱਤਾ ਜਾਂਦਾ ਆ ਅਤੇ ਉਹਨੂੰ ਕੁਛ ਅਥੋਰਟੀਆਂ ਦੇ ਦਿੱਤੀਆਂ ਜਾਂਦੀਆਂ ਆ ਅਤੇ ਪਲੱਸ ਕਹਿ ਜੀ ਉਹਨੀ ਮਤਲਬ ਕਹਿ ਜੀ ਅਥੋਰਟੀਆਂ ਦੇ ਮੁਤਾਬਕ ਹੈ ਜੀ ਆਪਣਾ ਕੰਮ ਕਰਨਾ, ਠੀਕ ਨਾ। ਉਹ ਤਾਂ ਬੇਟਾ ਅੱਗੇ ਹੈਗਾ ਜੀ ਓਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸ। ਉਹਦਾ ਬੇਟਾ ਨੈਚੁਰਲੀ ਹੈ ਜਦੋਂ ਇਫੈਕਟਿਵ ਸਾਡੀ ਐਡਮਿਨਿਸਟ੍ਰੇਸ਼ਨ ਹੋਣੀ, ਹਰੇਕ ਕੰਮ ਨੂੰ ਵੰਡ ਕੇ ਦੇ ਦਿੱਤਾ ਹੋਣਾ ਆ, ਹਰੇਕ ਬੰਦੇ ਨੂੰ ਪਤਾ ਹੋਣਾ ਕੰਮ ਕੀ ਕਰਨਾ ਆ, ਠੀਕ ਨਾ। ਪਲੱਸ ਕਹਿ ਜੀ ਸਪੈਸ਼ਲਾਈਜੇਸ਼ਨ ਆਪਾਂ ਵਰਤਣੀ ਆ, ਐਕਸਪਰਟ ਬੰਦੇ ਹੋਣੇ ਆ ਹਰੇਕ ਡਿਪਾਰਟਮੈਂਟ ਦੇ ਵਿੱਚ ਉਸ ਕੰਮ ਨੂੰ ਕਰਨ ਵਾਲੇ। ਉਹਨਾਂ ਕੀ ਹੋਣਾ ਜਿਹੜੀ ਸਾਡੀ ਵੇਸਟੇਜ ਹੋਣੀ ਹੈ ਨਾ ਰਿਸੋਰਸ ਦੀ ਉਹ ਕੀ ਹੋਣੀ ਹੈ ਜੀ ਘੱਟ ਹੋਣੀ। ਮਤਲਬ ਕਿਆ ਜੀ ਸਾਡੇ ਕੋਲ ਜਿਹੜੀ ਅਪਲਾਈ ਹੋਣੀ ਆ ਉਹਨਾਂ ਦਾ ਮਤਲਬ ਟਾਈਮ ਵੀ ਘੱਟ ਲੱਗਣਾ ਆ, ਠੀਕ ਨਾ। ਜਿਹੜੀ ਰॉ ਮਟੀਰੀਅਲ ਉਹਦੀ ਵੇਸਟੇਜ ਵੀ ਘੱਟ ਹੋਊਗੀ, ਜਿੰਨੀ ਵੇਸਟੇਜ ਘੱਟ ਹੋਊਗੀ ਨੈਚੁਰਲ ਜਿਹੜੀ ਰਿਸੋਰਸਿਸ ਦਾ ਉਨਾ ਕਹਿ ਜੀ ਜ਼ਿਆਦਾ ਮਤਲਬ ਕਹਿ ਜੀ ਵਧੀਆ ਯੂਜ਼ ਹੋਣਾ। ਅੱਗੇ ਬੇਟਾ ਹੈਗਾ ਅਡੈਪਟੇਸ਼ਨ ਆਫ ਚੇਂਜਸ। ਇਹਦੇ ਵਿੱਚ ਹੁੰਦਾ ਹੈ ਨਾ ਕਿ ਜੇ ਮੰਨ ਲਓ ਕਿਸੇ ਮੁਤਾਬਕ ਸਾਡੇ ਕਹਿ ਜੀ ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਜਾਂ ਬਿਜ਼ਨਸ ਦੀ ਕੋਈ ਆਪਾਂ ਚੇਂਜ ਲਿਆਉਂਦੇ ਆ
ਕਿ ਜੀ ਕਿਸ ਤਰ੍ਹਾਂ ਦਾ ਕੋਈ ਚੇਂਜ ਕਰਨਾ ਚਾਹੁੰਦੇ ਆ ਤਾਂ ਉਹਨੂੰ ਆਪਾਂ ਈਜ਼ੀਲੀ ਕੀ ਕਰ ਲੈਂਦੇ ਜੀ, ਅਡੈਪਟ ਕਰ ਲੈਂਦੇ ਆ, ਅਸੈਪਟ ਕਰ ਲੈਂਦਾ ਹਰੇਕ ਇੰਪਲਾਈ ਕਰਕੇ ਆਰਗੇਨਾਈਜੇਸ਼ਨ ਦੇ ਵਿੱਚ। ਜਿੱਦਾਂ ਹੁਣ ਮੰਨ ਲਓ ਫਾਈਨਾਂਸ ਡਿਪਾਰਟਮੈਂਟ 'ਚ ਆਪਾਂ ਕੋਈ ਚੇਂਜ ਲਿਆਉਣਾ ਤਾਂ ਸਾਨੂੰ ਕਿਹਾ ਜੀ ਬਾਕੀ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ ਕਿਹਾ ਜੀ ਚੇਂਜ ਕਰਨ ਦੀ ਲੋੜ ਨਹੀਂ, ਸਿਰਫ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਚੇਂਜ ਕਰਕੇ ਬਾਕੀ ਦਾ ਕੰਮ ਉਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਅੱਗੇ ਬੇਟਾ ਹੈਗਾ ਡਿਵੈਲਪਮੈਂਟ ਆਫ ਪਰਸਨਲ, ਠੀਕ ਨਾ। ਪਰਸਨਲ ਮਤਲਬ ਹੁੰਦਾ ਬੇਟਾ ਕਿ ਜਿਹੜੇ ਹੈ ਨਾ ਮਤਲਬ ਕਿ ਜੀ ਆਪਾਂ ਆਰਗੇਨਾਈਜੇਸ਼ਨ ਦੇ ਵਿੱਚ ਅਲੱਗ-ਅਲੱਗ ਬੰਦੇ ਨੂੰ ਕੰਮ ਦੇਣਾ ਆ। ਕਈ ਵੇਲੇ ਜੇ ਨਾ ਇੰਪਲਾਈ ਨੂੰ ਕੰਮ ਨਹੀਂ ਆਉਂਦਾ ਹੁੰਦਾ ਉਹਨਾਂ ਨੂੰ ਆਪਾਂ ਸਪੈਸ਼ਲ ਕਰੀ ਟ੍ਰੇਨਿੰਗ ਦੇ ਕੇ ਉਹਨਾਂ ਦੀ ਡਿਵੈਲਪਮੈਂਟ ਕਰਦੇ, ਠੀਕ ਨਾ। ਕਿ ਜੇ ਮੰਨ ਲਓ ਕਿ ਜੀ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਕੋਈ ਬੰਦਾ ਰੱਖਣਾ, ਅਸੀਂ ਪਹਿਲਾਂ ਉਹਨੂੰ ਕੀ ਦੇਣੀ ਹੈ ਜੀ, ਫਾਈਨਾਂਸ ਦੇ ਨਾਲ ਜਿੰਨੇ ਵੀ ਫੰਕਸ਼ਨ ਹੋਣੇ, ਫਾਈਨਾਂਸ ਨਾਲ ਰਿਲੇਟਡ ਜਿੰਨੀਆਂ ਵੀ ਮਤਲਬ ਕਿ ਜੀ ਟ੍ਰੇਨਿੰਗ ਹੋਣੀ ਉਹਨਾਂ ਨੂੰ ਪ੍ਰੋਵਾਈਡ ਕਰਾਉਣੀ। ਪ੍ਰੋਡਕਸ਼ਨ 'ਚ ਬੰਦਾ ਰੱਖਣਾ ਉਹਨੂੰ ਵੀ ਪ੍ਰੋਡਕਸ਼ਨ ਰਿਲੇਟਡ ਕੀ ਕਰਾਉਣੀ ਹੈ ਜੀ, ਟ੍ਰੇਨਿੰਗ। ਉਹ ਤੋਂ ਵੱਡਾ ਬੇਟਾ ਹੈਗਾ ਐਕਸਪੈਂਸ਼ਨ ਐਂਡ ਗਰੋਥ। ਤੇ ਪਲੱਸ ਕਿਹਾ ਜੀ ਕਿ ਜਦੋਂ ਸਾਡਾ ਨੈਚੁਰਲੀ ਜੀ ਐਡਮਿਨਿਸਟ੍ਰੇਸ਼ਨ ਵਧੀਆ ਹੋਣੀ ਆ, ਠੀਕ ਨਾ, ਜ਼ਿਆਦਾ ਪ੍ਰੋਡਕਸ਼ਨ ਹੋਣੀ ਆ, ਵੇਸਟੇਜ ਘੱਟ ਹੋਣੀ ਆ, ਤਾਂ ਉਹਨਾਂ ਆਪਣੇ ਬਿਜ਼ਨਸ ਨੂੰ ਕਿਹਾ ਜੀ ਵਧਾ ਸਕਦੇ ਆ, ਠੀਕ ਨਾ। ਉਹਦੀ ਕੀ ਕਰਦੇ ਆ ਜੀ, ਗਰੋਥ ਕਰ ਸਕਦੇ, 1 ਯੂਨਿਟ ਤੋਂ 2 ਯੂਨਿਟਾਂ ਬਣਾ ਸਕਦੇ ਆ, ਜਾਂ ਫਿਰ ਕਿਹਾ ਜੀ ਜਿਹੜੀਆਂ ਸਾਡੇ ਕੋਲ ਪਹਿਲਾਂ ਤੋਂ ਯੂਨਿਟਾਂ ਚੱਲਦੀਆਂ ਪਈਆਂ ਆ ਉਹਨਾਂ ਨੂੰ ਕੀ ਕਰ ਸਕਦੇ ਆ ਜੀ, ਹੋਰ ਜ਼ਿਆਦਾ ਐਕਸਪੈਂਸ਼ਨ ਉਹਨਾਂ ਦੀ ਕਰ ਸਕਦੇ ਆ, ਠੀਕ ਨਾ। ਕਿ ਮਤਲਬ ਕਿ ਜਿਹਨਾਂ ਕਿਹਾ ਜੀ ਬਿਜ਼ਨਸ ਦੀ ਜ਼ਿਆਦਾ, ਜੇ ਮਤਲਬ ਸਾਡਾ ਇੱਕ ਜ਼ਿਲ੍ਹੇ ਵਿੱਚ ਬਿਜ਼ਨਸ ਆ ਉਹਨੂੰ ਸਟੇਟ ਵਿੱਚ ਲੈ ਜਾਣਾ, ਜੇ ਸਟੇਟ ਵਿੱਚ ਆ ਤਾਂ ਉਹਨੂੰ ਕਿਹਾ ਜੀ ਇੰਡੀਆ ਲੈਵਲ 'ਤੇ, ਨੈਸ਼ਨਲ ਲੈਵਲ 'ਤੇ ਲੈ ਜਾਣਾ, ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ ਸਾਡਾ ਕਿਹਾ ਜੀ ਆਰਗੇਨਾਈਜੇਸ਼ਨ ਸਟਰਕਚਰ, ਠੀਕ ਨਾ। ਕਿ ਮਤਲਬ ਅਲੱਗ-ਅਲੱਗ ਬਿਜ਼ਨਸ ਦੇ ਵਿੱਚ ਕਈ ਤਰ੍ਹਾਂ ਦੇ ਸਾਡੇ ਕੋਲ ਕਿਹਾ ਜੀ ਆਰਗੇਨਾਈਜੇਸ਼ਨ ਸਟਰਕਚਰ ਹੈਗੀ ਆ, ਠੀਕ ਨਾ। ਕਿ ਮਤਲਬ ਆਪਾਂ ਕਹਿ ਸਕਦੇ ਆ ਕਿ ਮਤਲਬ ਕਿਹਾ ਜੀ ਆਰਗੇਨਾਈਜੇਸ਼ਨ ਸਟਰਕਚਰ ਦਾ ਮਤਲਬ ਕਿਹਾ ਜੀ ਇੱਕ ਤਰ੍ਹਾਂ ਦੀ ਸਾਡੀ ਪ੍ਰੋਸੈਸ ਆ ਜਿਹਨੂੰ ਵਿੱਚ ਆਪਾਂ ਕੀ ਕਰਦੇ ਆ ਜੀ, ਆਰਗੇਨਾਈਜ਼ਿੰਗ ਕਰਦੇ ਆ, ਠੀਕ ਨਾ। ਕਾਹਨੂੰ ਜੀ, ਆਰਗੇਨਾਈਜੇਸ਼ਨ ਸਟਰਕਚਰ ਨੂੰ, ਠੀਕ ਨਾ। ਕਿ ਪਲੱਸ ਕਿਹਾ ਜੀ ਕਿ ਇਹਦੇ ਵਿੱਚ ਆਪਾਂ ਕਹਿ ਜੀ ਇੱਕ ਤਰ੍ਹਾਂ ਦਾ ਫਰੇਮਵਰਕ ਕ੍ਰੀਏਟ ਕਰਦੇ ਆ ਕਿ ਜਿਹਦੇ ਮੁਤਾਬਕ ਅਸੀਂ ਕੀ ਕਰਨੇ ਹੈਗੇ ਜੀ, ਆਪਣੇ ਆਰਗੇਨਾਈਜੇਸ਼ਨ ਦੇ ਫੰਕਸ਼ਨ ਕੀ ਕਰਨੇ ਹੈਗੇ ਜੀ, ਪਰਫਾਰਮ ਕਰਦੇ ਆ, ਕੰਮ ਕਰਨੇ ਆ, ਠੀਕ ਨਾ। ਕਿ ਮਤਲਬ ਕਿ ਜੀ ਅਲੱਗ-ਅਲੱਗ ਬਿਜ਼ਨਸ ਲਈ ਅਲੱਗ-ਅਲੱਗ ਕਿਹਾ ਜੀ ਆਪਾਂ ਸਟਰਕਚਰ ਤਿਆਰ ਕਰ ਸਕਦੇ ਆ। ਔਰ ਇਹ ਵਾਲਾ ਜਿਹੜਾ ਹੈ ਨਾ ਸਾਡਾ ਸਟਰਕਚਰ ਹੁੰਦਾ ਆ, ਇਹ ਬੇਟਾ ਸਾਡਾ ਇੰਟਰਨਲ ਹੁੰਦਾ ਕਿਸੇ ਵੀ ਆਰਗੇਨਾਈਜੇਸ਼ਨ ਦਾ ਸਟਰਕਚਰ, ਠੀਕ ਨਾ। ਇੰਟਰਨਲ ਫਰੇਮਵਰਕ ਮਤਲਬ ਕਿਹੜੀ-ਕਿਹੜੀ ਪੋਸਟ ਹੋਣੀ ਆ, ਠੀਕ ਨਾ, ਕਿਹੜੀ-ਕਿਹੜੀ ਕਿਹਾ ਜੀ ਪੋਸਟ ਹੋਣੀ ਆ, ਤੇ ਉਸ ਪੋਸਟ ਦੇ ਵਿੱਚ ਮਤਲਬ ਕਿਹਾ ਜੀ ਕਿੱਦਾਂ ਆਪਾਂ ਕੰਮ ਵੰਡਣਾ ਆ, ਕਿਹੜੇ ਬੰਦੇ ਤੋਂ ਕਿਹੜਾ ਕੰਮ ਲੈਣਾ ਆ, ਠੀਕ ਨਾ। ਯਾਨੀ ਕਿ ਜਿੱਦਾਂ ਮੈਂ ਕਹਿੰਦਾ ਇੱਕ ਡਿਪਾਰਟਮੈਂਟ ਹੈ ਜਿਹਦੇ ਵਿੱਚ ਕੀ ਹੁੰਦਾ, ਮੈਨੇਜਰ ਹੋ ਗਿਆ, ਸੁਪਰਵਾਈਜ਼ਰ ਹੋ ਗਿਆ, ਫੋਰਮੈਨ ਹੋ ਗਿਆ, ਥੱਲੇ ਕੀ ਹੋ ਗਏ ਜੀ, ਵਰਕਰ ਹੋ ਗਏ। ਔਰ ਇੱਕ ਸਟਰਕਚਰ ਕਿਹੜਾ ਹੋ ਸਕਦਾ ਆ, ਸਿਰਫ ਕਿਹਾ ਜੀ ਇੱਕ ਲਾਈਨ ਸਿੱਧੀ ਇੱਕੋ ਲਾਈਨ ਦੇ ਵਿੱਚ ਕਿਹੜੀ ਕਿਹਾ ਹੋ ਗਿਆ ਜੀ, ਇੱਕ ਸੀਨੀਅਰ ਮੈਨੇਜਰ ਹੋ ਗਿਆ, ਉਹਦੇ ਅੱਗੇ ਕਿਹਾ ਜੀ 4 ਮੈਨੇਜਰ। ਇਹਦਾ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਸਟਰਕਚਰ ਹੋ ਸਕਦੇ। ਜਿਹਦੇ ਵਿੱਚ ਪਹਿਲੇ ਨੰਬਰ 'ਤੇ ਹੈਗਾ ਸਾਡਾ ਕਿਹਾ ਜੀ ਫੰਕਸ਼ਨਲ ਸਟਰਕਚਰ, ਠੀਕ ਹੈ ਨਾ। ਜਿਹਨੂੰ ਆਪਾਂ ਕੀ ਕਹਿੰਦੇ ਨੇ, ਫੰਕਸ਼ਨਲ ਆਰਗੇਨਾਈਜੇਸ਼ਨ ਵੀ ਕਹਿ ਦਿੰਦੇ ਆ, ਕਿਹਾ ਜੀ ਫੰਕਸ਼ਨਲ ਸਟਰਕਚਰ ਜਾਂ ਫਿਰ ਕਿਹਾ ਜੀ ਫੰਕਸ਼ਨਲ ਆਰਗੇਨਾਈਜੇਸ਼ਨ, ਠੀਕ ਨਾ। ਇਹਦੇ ਵਿੱਚ ਕੀ ਹੋਣਾ ਬੇਟਾ ਕਿ ਜਿਹੜੇ ਸਾਡੇ ਆਰਗੇਨਾਈਜੇਸ਼ਨ ਦੇ ਵਰਕ ਕੰਮ ਹੋਣੇ ਆ, ਅਲੱਗ-ਅਲੱਗ ਕਿਹਾ ਜੀ ਫੰਕਸ਼ਨ ਹੋਣੇ ਆ, ਉਹਨੂੰ ਅਸੀਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਡਿਵਾਈਡ ਕਰ ਦੇਣਾ। ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਉਹਨੇ ਕਿਹਾ ਜੀ ਡਿਵੀਜ਼ਨ ਕਰਕੇ, ਤਾਂ ਜਿਹੜਾ ਹੈ ਨਾ ਸਾਡਾ ਕਿਹਾ ਜੀ ਫੰਕਸ਼ਨ ਹੋਣਾ ਆ ਉਹ ਪਰਫਾਰਮ ਜਿਹੜਾ ਕੀਤਾ ਜਾਣਾ ਆ, ਉਹ ਕਿਹਾ ਜੀ ਇੱਕ ਪਰਟੀਕੂਲਰ ਡਿਪਾਰਟਮੈਂਟ ਦੁਆਰਾ ਐਕਸਪਰਟ ਬੰਦੇ ਦੁਆਰਾ ਕੀ ਕੀਤਾ ਜਾਣਾ ਜੀ, ਕੀਤਾ ਜਾਣਾ ਹੈ, ਠੀਕ ਹੈ ਨਾ। ਇਹਦੇ ਵਿੱਚ ਕਹਿ ਰਹੀ ਆਪਾਂ ਸਾਰੇ ਕੰਮਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨੇ ਜਿਹੜੇ ਸਿਮਿਲਰ ਟਾਈਪ ਦੇ ਫੰਕਸ਼ਨ ਹੋਣੇ ਆ ਉਹਨਾਂ ਨੂੰ ਅਲੱਗ-ਅਲੱਗ ਕਿਹਾ ਜੀ ਕੈਟਾਗਰੀ ਵਿੱਚ ਡਿਵਾਈਡ ਕਰਕੇ ਸਿਮਿਲਰ ਟਾਈਮ ਦੇ ਜਿਹੜੇ ਸਿਮਿਲਰ ਟਾਈਪ ਦੇ ਫੰਕਸ਼ਨ ਹੋਣੇ ਆ ਨਾ ਉਹਨਾਂ ਨੂੰ ਇੱਕ ਡਿਪਾਰਟਮੈਂਟ ਦੇ ਵਿੱਚ ਕਿਹਾ ਜੀ ਕਰ ਦੇਣਾ। ਜਿੱਦਾਂ ਦੱਸਿਆ ਸੀ ਕਿ ਸੇਲ ਦੇ ਫਾਈਨਾਂਸ ਵਾਲਾ ਕੰਮ ਆਪਾਂ ਕਿਹਦੇ ਦੇਣਾ ਜੀ, ਫਾਈਨਾਂਸ ਡਿਪਾਰਟਮੈਂਟ ਨੂੰ, ਠੀਕ ਨਾ। ਸੇਲ ਤੇ ਐਡਵਰਟਾਈਜ਼ਮੈਂਟ ਜਿਹੜਾ ਸੇਲ ਨਾਲ ਰਿਲੇਟਡ ਹੋਣਾ ਉਹ ਕਿਹਨੂੰ ਦੇ ਦੇਣਾ ਜੀ ਆਪਾਂ, ਸੇਲਿੰਗ ਵਾਲਾ ਫੰਕਸ਼ਨ ਦਾ ਸੇਲ ਡਿਪਾਰਟਮੈਂਟ ਨੂੰ, ਠੀਕ ਨਾ। ਤੇ ਜਿਹੜਾ ਪ੍ਰੋਡਕਸ਼ਨ ਦਾ ਫੰਕਸ਼ਨ ਹੋਣਾ ਆ ਉਹ ਕਿਹਦੇ ਵਿੱਚ ਰੱਖ ਦੇਣਾ ਜੀ ਆਪਾਂ, ਫੰਕਸ਼ਨ ਮਤਲਬ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ, ਠੀਕ ਨਾ। ਕਿਵੇਂ ਲੱਗਦਾ ਅਲੱਗ-ਅਲੱਗ ਕਿਹਾ ਜੀ ਆਪਾਂ ਡਿਪਾਰਟਮੈਂਟ ਕ੍ਰੀਏਟ ਕਰ ਲੈਣੇ ਆ, ਠੀਕ ਨਾ। ਔਰ ਬੇਟਾ ਇਹਦੇ ਵਿੱਚ ਕੁਝ ਸਾਡੀਆਂ ਐਡਵਾਂਟੇਜ ਤੇ ਡਿਸਐਡਵਾਂਟੇਜ। ਤੇ ਪਹਿਲੇ ਨੰਬਰ 'ਤੇ ਹੈਗਾ ਕਿਹਾ ਜੀ ਐਡਵਾਂਟੇਜ ਵਿੱਚ ਪਹਿਲੇ ਨੰਬਰ 'ਤੇ ਕਿਹਾ ਜੀ ਸਪੈਸ਼ਲਾਈਜੇਸ਼ਨ ਤੁਹਾਨੂੰ ਦੱਸ ਦਿੱਤਾ ਮੈਂ ਕਿ ਜਿਹੜਾ ਕੰਮ ਹੋਣਾ ਆ, ਜਿਸ ਆਪਾਂ ਫੰਕਸ਼ਨ ਜਿਹੜੇ ਹੋਣੇ ਆ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਵੰਡ ਦੇਣੇ ਆ, ਤਾਂ ਹਰੇਕ ਡਿਪਾਰਟਮੈਂਟ ਦਾ ਕੰਮ ਕਿਸੇ ਇੱਕ ਸਪੈਸ਼ਲਿਸਟ ਬੰਦੇ ਨੂੰ ਦੇਣਾ ਜਿਹੜਾ ਉਸ ਕੰਮ ਦੇ ਵਿੱਚ ਕੀ ਹੋਊਗਾ ਜੀ, ਐਕਸਪਰਟ ਹੋਊਗਾ, ਠੀਕ ਨਾ। ਜਿੱਦਾਂ ਫਾਈਨਾਂਸ ਡਿਪਾਰਟਮੈਂਟ ਦਾ ਕੰਮ ਆ ਕਿਹਨੂੰ ਦੇਣਾ ਆ, ਉਸ ਵਿਅਕਤੀ ਨੂੰ, ਉਸ ਇੰਪਲਾਈ ਨੂੰ ਦੇਣਾ ਆ ਜਿਹੜਾ ਫਾਈਨਾਂਸ ਦੇ ਵਿੱਚ ਕੀ ਹੋਊਗਾ ਜੀ, ਐਕਸਪਰਟ ਹੋਊਗਾ, ਠੀਕ ਨਾ। ਜਿਹੜਾ ਮਾਰਕੀਟਿੰਗ ਦੇ ਵਿੱਚ ਐਕਸਪਰਟ ਆ ਉਹਨੂੰ ਕਿਹਦੇ ਦੇਣਾ ਜੀ ਆਪਾਂ, ਮਾਰਕੀਟਿੰਗ ਦਾ ਫੰਕਸ਼ਨ ਦੇਵਾਂਗੇ, ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ ਜੀ ਕੋਆਰਡੀਨੇਸ਼ਨ ਸਰਵਿਸ। ਉਹੀ ਆ ਬੇਟਾ ਕੋਆਰਡੀਨੇਸ਼ਨ, ਤੁਹਾਨੂੰ ਮੈਂ ਦੱਸਿਆ ਕੋਆਰਡੀਨੇਸ਼ਨ ਦਾ ਮਤਲਬ ਕਹਿੰਦੀ ਆਪਸ ਵਿੱਚ ਨੇ ਕੀ ਕਰਨਾ ਜੀ, ਤਾਲਮੇਲ ਬਣਾ ਕੇ ਚੱਲਣਾ ਹੈ, ਠੀਕ ਨਾ। ਬੇਟਾ ਫੰਕਸ਼ਨਲ ਸਟਰਕਚਰ ਦੇ ਵਿੱਚ ਨਾ ਅਸੀਂ ਜਿਹੜੇ ਮਤਲਬ ਡਿਪਾਰਟਮੈਂਟ ਕ੍ਰੀਏਟ ਕੀਤੇ ਹੁੰਦੇ ਆ
ਉਹ ਆਰਗੇਨਾਈਜੇਸ਼ਨ ਦੇ ਗੋਲ ਦੇ ਮੁਤਾਬਕ ਕੀਤੇ ਹੋ ਜਾਂਦੇ। ਇਸ ਕਰਕੇ ਜਿੰਨੇ ਵੀ ਡਿਪਾਰਟਮੈਂਟ ਹੁੰਦੇ ਆ ਨਾ, ਉਹ ਸਾਰੇ ਇੱਕ ਦੂਜੇ ਨਾਲ ਕੀ ਕਰਕੇ ਚੱਲਦੇ ਆ ਜੀ, ਡਿਪਾਰਟਮੈਂਟ ਦੇ ਵਿੱਚ ਕੋਆਰਡੀਨੇਸ਼ਨ ਬਣਾ ਕੇ ਚੱਲਦੇ ਆ। ਕਿਉਂਕਿ ਜੇ ਉਹ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਨਹੀਂ ਚੱਲਦੇ ਆ ਤਾਂ ਉਹ ਕੀ ਕਰ ਸਕਦੇ ਆ, ਆਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਨਹੀਂ ਕਰ ਸਕਦੇ। ਗੋਲ ਕਰਦੇ ਨੇ ਆਪਣੇ ਅਚੀਵ ਨੂੰ ਪੂਰਾ ਕਰਨ ਦੀ ਜਿਹੜਾ ਡਿਪਾਰਟਮੈਂਟ ਦਾ ਹੋਣਾ ਆ। ਇਸ ਕਰਕੇ ਕੀ ਆਪਸ ਵਿੱਚ ਤਾਲਮੇਲ ਬਣਾ ਕੇ ਚੱਲਦੇ, ਜਾਣੀ ਕਿ ਸਿਰਫ ਆਪਣੇ ਕੰਮ ਬਾਰੇ ਨਹੀਂ ਸੋਚਦੇ, ਜਿਹੜਾ ਨਾਲ ਦਾ ਪਰਸਨ ਹੁੰਦਾ ਆ ਉਹਨੂੰ ਵੀ ਦੇਖਦੇ ਕਿ ਉਹਦਾ ਵੀ ਕੰਮ ਨਾਲ ਦੀ ਨਾਲ ਹੋਈ ਜਾਵੇ। ਅੱਗੇ ਬੇਟਾ ਹੈਲਪ ਇਨ ਇੰਕਰੀਜ਼ਿੰਗ ਮੈਨੇਜਰ ਐਫੀਸ਼ੀਐਂਸੀ, ਉਹਦਾ ਬੇਟਾ ਨੈਚੁਰਲੀ ਆ ਕਿ ਜੇ ਸਾਡੀ ਘਰ ਸਾਰੇ ਆਪਸ ਵਿੱਚ ਕੋਆਰਡੀਨੇਸ਼ਨ ਦਾ ਬਣਾ ਕੇ ਚੱਲਦੇ ਆ, ਰਲ ਕੇ ਕੰਮ ਕਰਦੇ ਆ, ਤਾਂ ਨੈਚੁਰਲੀ ਆ ਜੀ ਜਿਹੜੀ ਮਤਲਬ ਸਾਡੀ ਮੈਨੇਜਮੈਂਟ ਦੀ ਐਫੀਸ਼ੀਐਂਸੀ ਉਹ ਕੀ ਹੋਣੀ ਹੈ ਜੀ, ਜ਼ਿਆਦਾ ਇਨਕਰੀਜ਼ ਹੋਣੀ ਆ। ਠੀਕ ਨਾ, ਯਾਨੀ ਕਿ ਜਿਹੜਾ ਵੀ ਕੰਮ ਦਿੱਤਾ ਹੋਣਾ ਆ ਸਹੀ ਟਾਈਮ 'ਤੇ ਕੀ ਹੋਣਾ ਹੈਗਾ ਜੀ, ਉਹ ਪੂਰਾ ਹੋਣਾ ਆ, ਅਤੇ ਪਲੱਸ ਉਹਦੀ ਕੋਸਟ ਵੀ ਕੀ ਹੋਣੀ ਹੈ ਜੀ, ਘੱਟ ਹੋਣੀ ਆ। ਠੀਕ ਨਾ, ਕਿਉਂਕਿ ਹਰੇਕ ਬੰਦੇ ਨੂੰ ਪਤਾ ਹੋਣਾ ਕਿਹੜਾ ਕੰਮ ਮੈਂ ਕਰਨਾ ਆ। ਠੀਕ ਨਾ, ਅਤੇ ਪਲੱਸ ਕਿ ਜੀ ਉਹ ਅਤੇ ਈਜ਼ਲੀ ਜਿਹੜਾ ਇੱਕ ਬੰਦਾ ਦੂਜੇ ਬੰਦੇ ਦੇ ਅੰਡਰ ਹੋਣਾ, ਜਿਹੜੇ ਬੰਦੇ ਨੇ ਕੰਮ ਕੀਤਾ ਹੋਣਾ ਹੈ ਉਹਨੂੰ ਦੂਜੇ ਬੰਦੇ ਦੁਆਰਾ ਕਹਿ ਜੀ ਚੈੱਕ ਕਰ ਲਿਆ ਜਾਣਾ। ਅੱਗੇ ਬੇਟਾ ਹੈਗਾ ਜੀ ਮਿਨੀਮਾਈਜੇਸ਼ਨ ਆਫ ਕੋਸਟ, ਉਹ ਤਾਂ ਬੇਟਾ ਨੈਚੁਰਲੀ ਆ ਕਿ ਜਿੰਨਾ ਮਤਲਬ ਕਹਿ ਜੀ ਇਹਦੇ ਵਿੱਚ ਓਵਰਲੈਪਿੰਗ ਹੋਣੀ ਨਹੀਂ, ਇੱਕ ਕੰਮ ਇੱਕ ਤੋਂ ਜ਼ਿਆਦਾ ਵਿਅਕਤੀਆਂ ਦੁਆਰਾ ਇੱਕ ਤੋਂ ਜ਼ਿਆਦਾ ਵਾਰ ਨਹੀਂ ਕੀਤਾ ਜਾਣਾ, ਜਿਸ ਕਰਕੇ ਸਾਡੇ ਸੋਰਸਿਸ ਤਾਂ ਕਹਿ ਜੀ ਫੁੱਲ ਯੂਟੀਲਾਈਜ਼ ਹੋਣਾ ਹੈ, ਵੇਸਟੇਜ ਵੀ ਘੱਟ ਹੋਣੀ ਆ। ਔਰ ਵੇਸਟੇਜ ਘੱਟ ਹੋਣ ਕਰਕੇ ਕੀ ਹੋਣਾ ਜੀ, ਸਾਡਾ ਜਿਹੜੀ ਕੋਸਟ ਹੋਣੀ ਆ ਉਹ ਕੀ ਹੋਣੀ ਹੈ ਜੀ, ਘੱਟ ਤੋਂ ਘੱਟ। ਕਿਉਂਕਿ ਬੇਟਾ ਜੇ ਨਾ ਆਪਾਂ ਕਹਿ ਜੀ ਕੰਮ ਨੂੰ ਫੰਕਸ਼ਨ ਵਾਈਜ਼ ਨਹੀਂ ਬਣਦੇ ਹੈਗੇ, ਤਾਂ ਇੱਕ ਕੰਮ ਕਹਿ ਜੀ ਇੱਕ ਤੋਂ ਜ਼ਿਆਦਾ ਵਿਅਕਤੀਆਂ ਦੁਆਰਾ ਕਹਿ ਜੀ ਜ਼ਿਆਦਾ ਜਿਹੜੀ ਓਵਰਲੈਪਿੰਗ ਹੈ, ਜਾਣੀ ਕਿ ਇੱਕੋ ਕੰਮ ਇੱਕ ਤੋਂ ਜ਼ਿਆਦਾ ਵਿਅਕਤੀ ਇੱਕ ਤੋਂ ਜ਼ਿਆਦਾ ਵਾਰ ਕਰ ਦਿੰਦੀ ਆ। ਠੀਕ ਹੈ, ਜਿਸ ਕਰਕੇ ਕਹਿ ਜੀ ਸਾਡੀ ਕੋਸਟ ਵੱਧ ਜਾਂਦੀ ਆ। ਇਹਦੇ ਕੁਛ ਸਾਡੇ ਕੋਲ ਕਿਆ ਹੈਗਾ ਡਿਸਐਡਵਾਂਟੇਜ ਆ। ਪਹਿਲੇ ਨੰਬਰ 'ਤੇ ਕਹਿ ਜੀ ਇਗਨੋਰੈਂਸ ਆਫ ਕਹਿ ਜੀ ਆਰਗੇਨਾਈਜੇਸ਼ਨ ਓਬਜੈਕਟਿਵਸ, ਕਿ ਕਹਿ ਜੀ ਕਿ ਜਦੋਂ ਆਪਾਂ ਆਰਗੇਨਾਈਜੇਸ਼ਨ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਵੰਡ ਦਿੰਦੀ ਹੈ ਨਾ, ਤਾਂ ਹਰੇਕ ਡਿਪਾਰਟਮੈਂਟ ਇਹ ਸੋਚਦਾ ਹੈ ਕਿ ਉਸ ਡਿਪਾਰਟਮੈਂਟ ਦੇ ਆਰਗੇਨਾਈਜੇਸ਼ਨ ਓਬਜੈਕਟਿਵਸ ਪੂਰੇ ਹੋਣ, ਜਿਹੜੇ ਦਿੱਤੇ ਗਏ ਆ ਉਹ ਆਰਗੇਨਾਈਜੇਸ਼ਨ ਦੇ ਓਬਜੈਕਟਿਵਸ ਨੂੰ ਕੀ ਕਰ ਦਿੰਦਾ ਜੀ, ਇਗਨੋਰ ਕਰ ਦਿੰਦਾ ਹੈ। ਠੀਕ ਨਾ, ਅੱਗੇ ਬੇਟਾ ਹੈਗਾ ਡਿਫੀਕਲਟੀ ਇਨ ਇੰਟਰ ਡਿਪਾਰਟਮੈਂਟ ਕੋਆਰਡੀਨੇਸ਼ਨ। ਠੀਕ ਨਾ, ਕਿ ਮਤਲਬ ਜਿਹੜਾ ਡਿਪਾਰਟਮੈਂਟ ਹੁੰਦਾ ਆ ਉਹਦੇ ਜਿਹੜਾ ਅੰਦਰਲੇ ਪਾਸੇ, ਠੀਕ ਹੈ ਨੇ, ਇੰਦਰ ਡਿਪਾਰਟਮੈਂਟ ਦਾ ਕੋਆਰਡੀਨੇਸ਼ਨ ਹੋ ਜਾਂਦਾ ਆ, ਸਾਰੇ ਇੰਪਲਾਈ ਮਿਲ ਕੇ ਚੱਲਦੇ ਆ, ਪਰ ਇੱਕ ਡਿਪਾਰਟਮੈਂਟ ਦੂਜੇ ਡਿਪਾਰਟਮੈਂਟ ਦੇ ਨਾਲ ਕਹਿ ਜੀ ਕੋਆਰਡੀਨੇਸ਼ਨ ਬਣਾਉਣ ਦੇ ਵਿੱਚ ਕੀ ਆਉਂਦੀ ਹੈ ਜੀ, ਪ੍ਰੋਬਲਮ ਆਉਂਦੀ ਹੈ। ਕਦੇ ਜੀ ਹਰੇਕ ਡਿਪਾਰਟਮੈਂਟ ਕਹਿੰਦਾ ਕਿ ਮੇਰੀ ਪਰਫਾਰਮੈਂਸ ਕਿਆ ਹੋਵੇ ਜੀ, ਵਧੀਆ ਹੋਵੇ। ਠੀਕ ਨਾ, ਮੇਰੀ ਪਰਫਾਰਮੈਂਸ ਕਿਆ ਜੀ, ਵਧੀਆ ਹੋਵੇ। ਉਹ ਦੂਜੇ ਡਿਪਾਰਟਮੈਂਟ ਦਾ ਬਹੁਤਾ ਕਹਿ ਜੀ ਪ੍ਰਵਾਹ ਨਹੀਂ ਕਰਦਾ ਹੈਗਾ, ਇਸ ਕਰਕੇ ਉਹਨਾਂ ਕੋਆਰਡੀਨੇਸ਼ਨ ਕਹਿ ਜੀ ਉਹ ਘੱਟ ਹੀ ਬਣਾ ਕੇ ਚੱਲਦਾ ਆ। ਠੀਕ ਨਾ, ਮੈਂ ਤਾਂ ਅੱਗੇ ਹੈਗਾ ਸਾਡੇ ਕੋਲ ਕਹਿੰਦੇ ਵਿੱਚ ਕਹਿ ਜੀ ਕਿ ਇਹਦੇ ਵਿੱਚ ਕਹਿ ਜੀ ਜਿਹੜੀ ਹੈ ਨਾ ਮਤਲਬ ਆਰਗੇਨਾਈਜੇਸ਼ਨ ਦੀ ਸਾਡੀ ਕੰਪਲੀਟ ਡਿਵੈਲਪਮੈਂਟ ਨਹੀਂ ਹੁੰਦੀ। ਠੀਕ ਨਾ, ਹਰੇਕ ਡਿਪਾਰਟਮੈਂਟ ਸਿਰਫ ਆਪਣੇ ਡਿਪਾਰਟਮੈਂਟ ਦੀ ਡਿਵੈਲਪਮੈਂਟ 'ਤੇ ਸੋਚਦਾ ਆ, ਜਿਸ ਕਰਕੇ ਕੀ ਕਰਦਾ ਜੀ ਹੈਗਾ ਜੀ ਕਿ ਜਿਹੜੇ ਇੰਪਲਾਈ ਹੈ ਨਾ ਉਹ ਪਲੱਸ ਕਹਿ ਜੀ ਉਹਨਾਂ ਦੀ ਕੁਛ ਕੰਡੀਸ਼ਨਾਂ ਲੱਗ ਜਾਂਦੀਆਂ ਆ, ਉਹਨਾਂ ਦੇ ਮੁਤਾਬਕ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ। ਠੀਕ ਨਾ, ਅੱਗੇ ਬੇਟਾ ਹੈਗਾ ਜੀ ਸੂਟੇਬਿਲਟੀ, ਮਤਲਬ ਕਿੱਥੇ ਚੱਲ ਸਕਦਾ ਆ। ਠੀਕ ਨਾ, ਇਹ ਵਾਲਾ ਜਿਹੜਾ ਸਾਡਾ ਕਿਹਾ ਜੀ ਸਟਰਕਚਰ ਉੱਥੇ ਚੱਲ ਸਕਦਾ ਜਿੱਥੇ ਜਾਂ ਤਾਂ ਕਿਆ ਹੋਵੇ ਜੀ ਸਿਰਫ ਇੱਕ ਹੀ ਪ੍ਰੋਡਕਟ ਬਣਾਇਆ ਜਾਂਦਾ ਹੋਵੇ। ਠੀਕ ਨਾ, ਅਤੇ ਆਰਗੇਨਾਈਜੇਸ਼ਨ ਕੀ ਹੋਵੇ ਸਾਡਾ ਜੀ ਲਾਰਜ ਲੈਵਲ 'ਤੇ ਬਿਜ਼ਨਸ ਹੋਵੇ। ਠੀਕ ਨਾ, ਅਤੇ ਪਲੱਸ ਕਿਆ ਜੀ ਸਪੈਸ਼ਲਾਈਜੇਸ਼ਨ ਦੀ ਲੋੜ ਹੋਵੇ, ਉੱਥੇ ਆਪਾਂ ਕਿਹਾ ਜੀ ਜਿਹੜਾ ਫੰਕਸ਼ਨਲ ਸਟਰਕਚਰ ਆ ਉੱਥੇ ਕਿਹਾ ਜੀ ਆਪਾਂ ਉਹ ਯੂਜ਼ ਕਰਦੇ ਹਾਂ। ਅੱਗੇ ਬੇਟਾ ਹੈਗਾ ਜੀ ਡਿਵੀਜ਼ਨਲ ਸਟਰਕਚਰ। ਠੀਕ ਨਾ, ਜਿੱਦਾਂ ਕਿ ਜੀ ਫੰਕਸ਼ਨਲ ਸਟਰਕਚਰ ਦੇ ਵਿੱਚ ਅਸੀਂ ਜਿਹੜੇ ਫੰਕਸ਼ਨ ਸੀਗੇ ਉਹਨਾਂ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਡਿਵਾਈਡ ਕਰਕੇ ਉਹਨਾਂ ਆਪਾਂ ਆਰਗੇਨਾਈਜੇਸ਼ਨ ਦਾ ਸਟਰਕਚਰ ਕ੍ਰੀਏਟ ਕਰਦੇ ਸੀਗੇ। ਲੇਕਿਨ ਜਿਹੜਾ ਡਿਵੀਜ਼ਨਲ ਸਟਰਕਚਰ ਹੋਣਾ ਆ ਇਹਦੇ ਵਿੱਚ ਕੀ ਕਰਨਾ ਬੇਟਾ, ਆਪਾਂ ਕਿਤੇ ਫੰਕਸ਼ਨ ਨੂੰ ਨਹੀਂ ਡਿਵਾਈਡ ਕਰਨਾ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ। ਠੀਕ ਨਾ, ਕਿ ਜੇ ਸਾਡੇ ਨਾ ਮਤਲਬ ਕਿ ਜੀ ਬਿਜ਼ਨਸ ਦੇ ਵਿੱਚ ਇੱਕ ਤੋਂ ਜ਼ਿਆਦਾ ਪ੍ਰੋਡਕਟ ਬਣਾਏ ਜਾਂਦੇ ਆ, ਇੱਕ ਤੋਂ ਜ਼ਿਆਦਾ ਪ੍ਰੋਡਕਟ ਬਣਾਏ ਜਾਂਦੇ ਆ, ਅਸੀਂ ਹਰੇਕ ਡਿਪਾਰਟਮੈਂਟ ਦੇ ਹਰੇਕ ਪ੍ਰੋਡਕਟ ਦੇ ਲਈ ਅਲੱਗ ਤੋਂ ਆਰਗੇਨਾਈਜੇਸ਼ਨ ਦਾ ਸਟਰਕਚਰ ਕ੍ਰੀਏਟ ਕਰ ਦੇਣਾ। ਜਿੱਦਾਂ ਤੁਸੀਂ ਦੇਖਿਆ ਹੋਣਾ ਰਿਲਾਇੰਸ ਵਾਲੇ ਆ, ਰਿਲਾਇੰਸ ਵਾਲੇ ਤੇਲ ਵੀ ਵੇਚਦੇ ਆ। ਠੀਕ ਨਾ, ਜੀਓ ਵਾਲਾ ਵੀ ਚਲਾਉਂਦੇ ਆ। ਠੀਕ ਨਾ, ਜਾਂ ਫਿਰ ਕਹਿ ਰਹੀ ਰੀਅਲ ਸਟੇਟ ਦਾ ਹੀ ਬਿਜ਼ਨਸ ਕਰਦੇ ਆ, ਉਹਨੇ ਕੀ ਕਰ ਦੇਣਾ ਜੀ ਰੀਅਲ ਸਟੇਟ ਲਈ ਅਲੱਗ ਡਿਪਾਰਟਮੈਂਟ ਅਲੱਗ ਸਟਰਕਚਰ ਕ੍ਰੀਏਟ ਕਰ ਦੇਣਾ, ਆਰਗੇਨਾਈਜੇਸ਼ਨ ਬਣਾ ਦੇਣਾ। ਠੀਕ ਨਾ, ਪਲੱਸ ਕਹਿ ਜੀ ਜਿਹੜਾ ਪੈਟਰੋਲੀਅਮ ਵਾਲਾ ਡਿਪਾਰਟਮੈਂਟ ਆ ਉਹਲੇ ਅਲੱਗ ਬਣਾ ਦੇਣਾ, ਅਤੇ ਪਲੱਸ ਕਹਿ ਜੀ ਜਿਹੜਾ ਟੈਲੀਕੋਮੂਨੀਕੇਸ਼ਨ ਜਿਹਦਾ ਜੀਓ ਹੋ ਗਿਆ। ਠੀਕ ਨਾ, ਇਹਨਾਂ ਲਈ ਅਲੱਗ ਬਣਾ ਦੇਣਾ। ਕਿ ਪਲੱਸ ਕਹਿ ਜੀ ਕਿ ਜਿਹੜੇ ਉਹਦੀ ਡਿਵੀਜ਼ਨ ਆਫ ਕੰਮ ਹੋਣਾ ਨਾ ਆਰਗੇਨਾਈਜੇਸ਼ਨ ਦੀ ਮਤਲਬ ਕਹਿ ਜੀ ਡਿਵੀਜ਼ਨ ਹੋਣੀ ਆ ਉਹ ਕਿਹਦੇ ਬੇਸ 'ਤੇ ਕਰਨੀ ਆ, ਪ੍ਰੋਡਕਟ ਦੇ ਬੇਸ 'ਤੇ ਕਰਨੀ ਆ। ਜਿੰਨੇ ਟਾਈਪ ਦਾ ਪ੍ਰੋਡਕਟ ਹੋਊਗਾ ਟਾਈਪ ਦੇ ਬੇਸ 'ਤੇ ਉਸ ਆਰਗੇਨਾਈਜੇਸ਼ਨ ਨੂੰ ਕਹਿ ਜੀ ਆਪਾਂ ਅਲੱਗ-ਅਲੱਗ ਵੰਡ ਦੇਣਾ ਆ, ਉਹਦਾ ਕੀ ਕਰ ਦੇਣਾ ਡਿਵੀਜ਼ਨ ਕਰ ਦੇਣਾ, ਉਹਨੂੰ ਕਹਿੰਦੇ ਆਪਾਂ ਡਿਵੀਜ਼ਨ ਆਫ ਸਟਰਕਚਰ। ਜਿਹੜਾ ਪਹਿਲਾ ਸੀਗਾ ਉਹਦੇ ਵਿੱਚ ਆਪਾਂ ਹਰੇਕ ਡਿਪਾਰਟਮੈਂਟ ਨੇ ਅਲੱਗ ਆਰਗੇਨਾਈਜੇਸ਼ਨ ਕ੍ਰੀਏਟ ਨਹੀਂ ਕੀਤਾ ਸੀ, ਇੱਕੋ ਹੀ ਆਰਗੇਨਾਈਜੇਸ਼ਨ ਦੇ ਕੰਮ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਡਿਵਾਈਡ ਕਰ ਦਿੱਤਾ ਸੀਗਾ। ਠੀਕ ਹੈ ਨਾ, ਲੇਕਿਨ ਜਿਹੜਾ ਡਿਵੀਜ਼ਨ ਸਟਰਕਚਰ ਹੋਣਾ ਆ ਇਹਦੇ ਵਿੱਚ ਕੀ ਹੋਣਾ, ਜਿਹੜੇ ਡਿਪਾਰਟਮੈਂਟ ਹੋਣੇ ਆ ਮਤਲਬ ਕਿਸੇ ਇੱਕ ਪ੍ਰੋਡਕਟ ਨਾਲ ਰਿਲੇਟਡ ਜਿੰਨੇ ਵੀ ਫੰਕਸ਼ਨ ਆ ਉਹਨਾਂ ਨੂੰ ਅਲੱਗ ਰੱਖ ਦੇਣਾ, ਦੂਜੇ ਪ੍ਰੋਡਕਟ ਨਾਲ ਰਿਲੇਟਡ ਉਹਨਾਂ ਨੂੰ ਅਲੱਗ।
बेटा ਇਹਦੇ ਐਡਵਾਂਟੇਜ ਪਹਿਲੇ ਨੰਬਰ ਤੇ ਰਹਿੰਦਾ ਕੁਇਕ ਡਿਸੀਜਨ ਮੇਕਿੰਗ। ਨੈਚੁਰਲੀ ਬੇਟਾ ਕਿਸੇ ਇੱਕ ਪ੍ਰੋਡਕਟ ਦੇ ਨਾਲ ਕਿਹਾ ਜੀ ਆਪਾਂ ਅਲੱਗ, ਹੁਣ ਜਿੱਦਾਂ ਕਿਹਾ ਜਿੱਦਾਂ ਰਿਲਾਇੰਸ ਵਾਲਿਆਂ ਨੇ ਦੱਸਿਆ ਜਿਹੜਾ ਪੈਟਰੋਲੀਅਮ ਦੇ ਨਾਲ ਰਿਲੇਟਡ ਹੋਣੇ ਆ ਉਹ ਕੀ ਕਰਨਾ ਜੀ, ਉਹਦੇ ਵਿੱਚ ਡਿਸੀਜਨ ਕੁਇਕਲੀ ਲੈ ਸਕਦੇ ਆ, ਦੂਜੇ ਡਿਪਾਰਟਮੈਂਟ ਨੂੰ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ। ਠੀਕ ਨਾ, ਦੂਜੇ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਇੱਕ ਪ੍ਰੋਡਕਟ ਨਾਲ ਰਿਲੇਟਡ ਜਿੰਨੇ ਵੀ ਡਿਸੀਜਨ ਆ ਕੋਈ ਇੱਕੋ ਹੀ ਬੰਦਾ ਲੈ ਸਕਦਾ ਹੈ। ਠੀਕ ਨਾ, ਉਹ ਤੋਂ ਬੇਟਾ ਅੱਗੇ ਹੈਗਾ ਸਾਡੇ ਕੋਲ ਸਪੈਸ਼ਲਾਈਜੇਸ਼ਨ। ਤੁਹਾਨੂੰ ਦੱਸ ਦਿੱਤਾ ਆ ਕਿ ਜਦੋਂ ਹਰੇਕ ਡਿਪਾਰਟਮੈਂਟ ਨੂੰ ਆਪਾਂ ਅਲੱਗ-ਅਲੱਗ ਆਰਗੇਨਾਈਜ਼ ਵਿੱਚ ਡਿਵਾਈਡ ਕਰ ਦੇਣਾ ਆ, ਤੇ ਜਿਹੜਾ ਇੱਕ ਪ੍ਰੋਡਕਟ ਨਾਲ ਰਿਲੇਟਡ ਕੰਮ ਹੋਣਾ ਆਰਗੇਨਾਈਜ਼ ਦਾ ਉਹ ਆਪਾਂ ਕਿਹਾ ਜੀ ਕਿਸੇ ਇੱਕ ਸਪੈਸ਼ਲਿਸਟ ਬੰਦੇ ਨੂੰ ਹੀ ਦੇ ਦੇਣਾ ਹੈ। ਠੀਕ ਨਾ, ਜਦੋਂ ਉਹਦੇ ਵਿੱਚ ਕਿਆ ਹੋਊਗਾ ਜੀ, ਐਕਸਪਰਟ ਹੋਊਗਾ। ਬੇਟਾ ਅੱਗੇ ਹੈਗਾ ਸਾਡਾ ਜੀ ਸਰਵਿਸ ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਦਾ ਮਤਲਬ ਕਿਆ ਜੀ ਕਿ ਜਿਹਦੇ ਵਿੱਚ ਕਿਸੇ ਬੰਦੇ ਦੀ ਰਿਸਪੌਂਸਿਬਿਲਿਟੀ ਨਿਸ਼ਚਿਤ ਕੀਤੀ ਜਾ ਸਕਦੀ ਹੈ। ਠੀਕ ਨਾ, ਜਿਹਦਾ ਏ ਪਰਸਨ ਸੀਗਾ ਉਹਨੂੰ ਆਪਾਂ ਕਹਿੰਦਾ ਜੀ ਕਿਸੇ ਮੰਨ ਲਓ ਏ ਪਰਸਨ ਸੀਗਾ ਉਹਨੂੰ ਐਕਸ ਪ੍ਰੋਡਕਟ ਨਾਲ ਰਿਲੇਟਡ ਆਪਾਂ ਆਰਗੇਨਾਈਜੇਸ਼ਨ ਦਿੱਤਾ ਆ। ਠੀਕ ਨਾ, ਉਹਨਾਂ ਕੀ ਹੋ ਸਕਦਾ ਆ ਕਿ ਕੱਲ੍ਹ ਨੂੰ ਜੇ ਉਸ ਡਿਪਾਰਟਮੈਂਟ ਦੇ ਵਿੱਚ ਉਸ ਪ੍ਰੋਡਕਟ ਨਾਲ ਰਿਲੇਟਡ ਕੋਈ ਵੀ ਮਤਲਬ ਲੋਸ ਹੁੰਦਾ ਆ ਜਾਂ ਕੋਈ ਐਕਸੀਡੈਂਟ ਹੁੰਦਾ ਹੈ ਉਹਦਾ ਜ਼ਿੰਮੇਵਾਰ ਕੌਣ ਹੋਊਗਾ, ਇਹ ਬੰਦਾ ਹੋਊਗਾ ਜਿਹਨੂੰ ਉਸ ਪ੍ਰੋਡਕਟ ਦੀ ਆਪਾਂ ਕੀ ਦਿੱਤੀ ਹੈ ਜੀ, ਜ਼ਿੰਮੇਵਾਰੀ ਦਿੱਤੀ ਆ, ਜਿਹੜਾ ਉਸ ਆਰਗੇਨਾਈਜੇਸ਼ਨ ਦਾ ਕਿਹਾ ਜੀ ਪੂਰਾ ਕੰਟਰੋਲਰ ਆ। ਠੀਕ ਨਾ, ਅੱਗੇ ਬੇਟਾ ਹੈਗਾ ਜੀ ਲੀਡ ਟੂ ਫਲੈਕਸੀਬਿਲਿਟੀ ਪਲੱਸ ਉਹੀ ਆ ਬੇਟਾ ਕਿ ਜੇ ਮਤਲਬ ਕਿਹਾ ਜੀ ਕਿ ਇਹਦੇ ਵਿੱਚ ਕੀ ਕਰ ਸਕਦੇ ਆ ਕਿ ਅਸੀਂ ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਨੂੰ ਆਸਾਨੀ ਨਾਲ ਟ੍ਰਾਂਸਫਰ ਕਰ ਸਕਦੇ ਆ ਕਿ ਜੇ ਸਾਨੂੰ ਲੋੜ ਆ। ਠੀਕ ਨਾ, ਕਿ ਅਸੀਂ ਉਹਨਾਂ ਨੂੰ ਕੀ ਕਰਨਾ ਹੈਗਾ ਜੀ, ਉਹਨਾਂ ਦਾ ਮਤਲਬ ਕਿ ਜੀ ਕੰਟਰੋਲ ਕਰਨਾ ਹੈ, ਜਾਂ ਫਿਰ ਕਹਿ ਜੀ ਸਾਨੂੰ ਇੱਕ ਡਿਪਾਰਟਮੈਂਟ ਦੇ ਵਿੱਚ ਜ਼ਿਆਦਾ ਇੱਕ ਪ੍ਰੋਡਕਟ ਨਾਲ ਰਿਲੇਟਡ ਬੰਦੇ ਜ਼ਿਆਦਾ ਹੋ ਗਏ ਆ, ਦੂਜੇ ਪ੍ਰੋਡਕਟ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਕੇ ਜਾਣਾ। ਠੀਕ ਨਾ, ਅੱਗੇ ਬੇਟਾ ਹੈਗਾ ਜੀ ਐਕਸਪੈਂਸ਼ਨ ਐਂਡ ਗਰੋਥ। ਤੁਹਾਨੂੰ ਮੈਂ ਪਹਿਲੇ ਦੱਸ ਦਿੱਤਾ ਹੈ ਕਿ ਬਿਜ਼ਨਸ ਨੂੰ ਵਧਾਉਣ ਦੇ ਲਈ, ਠੀਕ ਨਾ, ਪਲੱਸ ਕਹਿ ਜੀ ਗਰੋਥ ਕਰਨ ਦੇ ਲਈ ਉਹ ਅਸੀਂ ਕਹਿ ਜੀ ਸਾਡੇ ਲਈ ਇਹ ਕਹਿ ਜੀ ਸਟਰਕਚਰ ਡਿਵੀਜ਼ਨ ਆਫ ਸਟਰਕਚਰ ਕਹਿ ਜੀ ਵਧੀਆ। ਅੱਗੇ ਬੇਟਾ ਹੈਗਾ ਡਿਸਐਡਵਾਂਟੇਜ ਆ ਕੰਫਲਿਕਟ ਆਫ ਇੰਟਰਸਟ ਦੇ ਵਿੱਚ ਹੁੰਦਾ ਹੈ ਨਾ ਕਿ ਮਤਲਬ ਕਹਿ ਜੀ ਜਦੋਂ ਆਪਾਂ ਆਪਣੇ ਆਰਗੇਨਾਈਜੇਸ਼ਨ ਨੂੰ ਪ੍ਰੋਡਕਟ ਦੇ ਅਕੋਰਡਿੰਗ ਟੂ ਬਣ ਦੇਣਾ ਆ ਤੇ ਅਸੀਂ ਕੀ ਕਰਦੇ ਆ ਕਈ ਵਾਰੀ ਉਹਨਾਂ ਨੂੰ ਫਾਈਨਾਂਸ ਦੇਣ ਵਾਸਤੇ ਜਾਂ ਫਿਰ ਕਹਿ ਜੀ ਉਹਨਾਂ ਨੂੰ ਰਿਸੋਰਸਸ ਦੇਣ ਵਾਸਤੇ ਆਪਾਂ ਉਹਨਾਂ ਵਿੱਚ ਕਹਿ ਜੀ ਪਾਰਟਸ਼ੈਡੀ ਕਰਨ ਲੱਗ ਪੈਂਦੇ। ਕਿਸੇ ਨੂੰ ਆਪਾਂ ਮਤਲਬ ਕਿਸੇ ਪ੍ਰੋਡਕਟ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ, ਕਿਸੇ ਨੂੰ ਕੀ ਦਿੰਦੇ ਆ ਜੀ, ਘੱਟ ਦਿੰਦੇ ਆ। ਠੀਕ ਨਾ, ਅੱਗੇ ਬੇਟਾ ਹੈਗਾ ਇਨਕਰੀਜ਼ ਇਨ ਕੋਸਟ। ਤਾਂ ਉਹਦਾ ਬੇਟਾ ਨੈਚੁਰਲੀ ਜਿਹੜਾ ਆਪਾਂ ਡਿਵੀਜ਼ਨ ਆਫ ਕਹਿ ਜੀ ਜਿਹੜਾ ਸਟਰਕਚਰ ਹੁੰਦਾ ਹੈ, ਡਿਵੀਜ਼ਨ ਸਟਰਕਚਰ ਦੇ ਵਿੱਚ ਕੀ ਹੁੰਦਾ ਜੀ ਸਾਡੀ ਕੋਸਟ ਜ਼ਿਆਦਾ ਹੁੰਦੀ। ਕਾਹਦੇ ਬੇਟਾ ਕਰਕੇ ਆਪਾਂ ਮਤਲਬ ਦੋ ਪ੍ਰੋਡਕਟ ਆ, ਇੱਕ ਏ ਆ ਇੱਕ ਕਿਆ ਜੀ ਬੀ ਆ, ਇੱਕ ਕਿਆ ਜੀ ਏ ਤੇ ਇੱਕ ਬੀ ਆ। ਹੁਣ ਆਪਾਂ ਦੋਨਾਂ ਦੇ ਵਿੱਚ ਜਿਹਦਾ ਫਾਈਨਾਂਸ ਨਾਲ ਰਿਲੇਟਡ ਫੰਕਸ਼ਨ ਹੈ, ਇੱਕ ਫਾਈਨਾਂਸ ਡਿਪਾਰਟਮੈਂਟ ਸਾਨੂੰ ਏ ਪ੍ਰੋਡਕਟ ਲਈ ਬਣਾਉਣਾ ਪੈਣਾ, ਇੱਕ ਲਈ ਬਣਾਉਣਾ ਪੈਣਾ ਜੀ ਬੀ ਲਈ। ਉਹਨਾਂ ਕੀ ਹੋ ਗਿਆ ਜੀ ਫਾਈਨਾਂਸ ਵਾਲਾ ਕੰਮ ਸਾਡਾ ਇੱਕ ਤੋਂ ਜ਼ਿਆਦਾ ਵਾਰ ਹੋਇਆ ਜਿਹਦੇ ਨਾਲ ਕਹਿ ਜੀ ਸਾਡੀ ਕੋਸਟ ਵੱਧ ਜਾਂਦੀ ਆ। ਅਗਲੀ ਬੇਟਾ ਡਿਸਐਡਵਾਂਟੇਜ ਇਗਨੋਰੈਂਸ ਆਫ ਕਹਿ ਜੀ ਆਰਗੇਨਾਈਜੇਸ਼ਨ ਇੰਟਰਸਟ। ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਨਾ ਕਹਿ ਜੀ ਆਪਾਂ ਡਿਪਾਰਟਮੈਂਟ ਨੂੰ ਪ੍ਰੋਡਕਟ ਦੇ ਅਕੋਰਡਿੰਗ ਟੂ ਵੰਡ ਦਿੰਦੇ ਆ ਤਾਂ ਬੇਟਾ ਹਰੇਕ ਪ੍ਰੋਡਕਟ ਦਾ ਇੰਚਾਰਜ ਸਿਰਫ ਆਪਣੇ ਹੀ ਆਬਜੈਕਟਿਵ ਬਾਰੇ ਸੋਚਦਾ ਹੈ। ਠੀਕ ਨਾ, ਉਹ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਨੂੰ ਕੀ ਕਰ ਦਿੰਦਾ ਜੀ, ਇਗਨੋਰ ਕਰ ਦਿੰਦਾ ਹੈ। ਠੀਕ ਨਾ, ਅੱਗੇ ਬੇਟਾ ਕਿ ਸੂਟੇਬਿਲਿਟੀ ਮਤਲਬ ਕਿੱਥੇ ਚੱਲ ਸਕਦਾ ਆ, ਮੇਨ ਕਰਕੇ ਕਿੱਥੇ ਚੱਲਦਾ ਹੁੰਦਾ ਹੈ ਜਿੱਥੇ ਮਤਲਬ ਕਹਿ ਜੀ ਸਾਡੇ ਕਹਿ ਜੀ ਪ੍ਰੋਡਕਟ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਤੋਂ ਜ਼ਿਆਦਾ ਬਣਾਏ ਜਾਂਦੇ ਆ। ਠੀਕ ਨਾ, ਪਲੱਸ ਕਹਿ ਜੀ ਲਾਰਜ ਸਾਈਜ਼ ਦੇ ਬਣਾਏ ਜਾਂਦੇ। ਠੀਕ ਨਾ, ਉੱਥੇ ਆਪਾਂ ਕੀ ਕਰ ਸਕਦੇ ਹਾਂ ਡਿਵੀਜ਼ਨ ਆਫ ਸਟਰਕਚਰ ਕਿਹਾ ਜੀ ਯੂਜ਼ ਕਰ ਸਕਦੇ ਹਾਂ। ਠੀਕ ਨਾ, ਓਕੇ ਬੇਟਾ ਇਹਦੇ ਹਿਸਾਬ ਨਾਲ ਸਾਡਾ ਇਹ ਟੌਪਿਕ ਹੁਣ ਖਤਮ ਹੋ ਗਿਆ ਆ। ਠੀਕ ਨਾ, ਕੁਛ ਮਤਲਬ ਜਿਹੜੇ ਪੁਆਇੰਟ ਮਤਲਬ ਇਹਦੇ ਵਿੱਚ ਜਿੱਦਾਂ ਹੁਣ ਮੈਂ ਲਿਖ ਦਿੱਤੇ ਆ, ਕੋਈ ਤੁਹਾਡੀ ਬੁੱਕ ਦੇ ਵਿੱਚ ਐਕਸਟਰਾ ਹੋਣੇ ਆ। ਠੀਕ ਨਾ, ਉਹ ਤੁਸੀਂ ਆਪਣੀ ਬੁੱਕ ਤੋਂ ਵੀ ਨੋਟ ਕਰ ਸਕਦੇ ਹੋ। ਠੀਕ ਨਾ, ਯਾਨੀ ਕਿ ਮੇਨ ਪੁਆਇੰਟ ਸਾਡੇ ਇਹ ਹੈਗੇ ਆ। ਠੀਕ ਨਾ, ਜਿਹੜੇ ਕੋਈ ਇੱਕ ਅੱਧਾ ਐਕਸਟਰਾ ਹੋਊਗਾ ਠੀਕ ਨਾ ਉਹ ਵੀ ਤੁਸੀਂ ਆਪਣੀ ਬੁੱਕ ਤੋਂ ਵੀ ਨਾਲ ਦੇਖ ਸਕਦੇ ਹੋ। ਠੀਕ ਨਾ, ਇਹਦੇ ਮੁਤਾਬਕ ਨੋਟਸ ਕਰ ਲਓ, ਇੰਨਾ ਵੀ ਬਹੁਤ ਆ। ਠੀਕ ਨਾ, ਓਕੇ ਬੇਟਾ ਥੈਂਕਸ, ਆਪਣੇ ਨੋਟ ਪ੍ਰਿਪੇਅਰ ਕਰ ਲਿਓ। ਠੀਕ ਨਾ, ਬਾਕੀ ਫਿਰ ਮੈਨੂੰ ਸੈਂਡ ਕਰ ਦਿਓ, ਅਗਲਾ ਟੌਪਿਕ ਆਪਾਂ ਬਾਅਦ 'ਚ ਕਰਾਂਗੇ। ਓਕੇ ਥੈਂਕਸ ਬੇਟਾ।